ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕਰਦੇ ਹਾਂ ਕਿ ਅੱਜ ਦੇ ਦਿਨ ਦੇ ਲਈ ਅਸੀਂ ਪ੍ਰਭੂ ਦਾ ਸ਼ੁਕਰ ਕਰਦੇ ਹਾਂ ਕਿ ਅੱਜ ਫਿਰ ਸਾਨੂੰ ਪਰਮੇਸ਼ਵਰ ਨੇ ਇਕੱਠੇ ਹੋ ਕੇ ਪ੍ਰਾਰਥਨਾ ਕਰਨ ਵਿੱਚ ਸਾਡੀ ਅਗਵਾਈ ਕੀਤੀ ਹੈ। ਪਰਮੇਸ਼ਵਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਔਰ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਲੋਕ ਬਹੁਤ ਅੱਛੇ ਹੋਗੇ ਔਰ ਪਰਮੇਸ਼ਵਰ ਦਾ ਬਹੁਤ ਹੀ ਅਸੀਂ ਧੰਨਵਾਦ ਕਰਦੀ ਹਾਂ ਕਿ ਪਰਮੇਸ਼ਵਰ ਨੇ ਸਾਨੂੰ ਔਰ ਤੁਹਾਨੂੰ ਸਾਰਿਆਂ ਨੂੰ ਸੰਭਾਲ ਕੇ ਰੱਖਿਆ। ਤੋ ਆਈਏ ਅਸੀਂ ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ਵਰ ਅੱਜ ਸਾਡੇ ਨਾਲ ਵਚਨ ਦੇ ਦੁਆਰਾ ਗੱਲਬਾਤ ਕਰੇ। ਹਾਲੇਲੂਇਆ। ਧੰਨਵਾਦ ਪਰਮੇਸ਼ਵਰ, ਤੇਰਾ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਲਈ। ਅਸੀਂ ਤੇਰੇ ਸ਼ੁਕਰਗੁਜ਼ਾਰ ਹਾਂ ਪ੍ਰਭੂ ਯਿਸੂ ਮਸੀਹ, ਤੁਸੀਂ ਸਾਨੂੰ ਫਿਰ ਆਪਣੇ ਕਦਮਾਂ ਵਿੱਚ ਲੈ ਕੇ ਆਏ। ਪ੍ਰਭੂ ਜੀ ਤੇਰਾ ਧੰਨਵਾਦ ਕਰਦੇ ਹਾਂ। ਅੱਜ ਦਾ ਜੋ ਵੀ ਵਚਨ ਹੋਵੇ ਪ੍ਰਭੂ ਜੀ ਸਾਡੇ ਸਭ ਦੇ ਲਈ ਇੱਕ ਆਸ਼ੀਸ਼ ਦਾ ਕਾਰਨ ਬਣ ਸਕੇ। ਪ੍ਰਭੂ ਜੀ ਵਚਨ ਸੁਣਨ ਵਾਲਿਆਂ ਤੇ ਦਇਆ ਤੇ ਕਿਰਪਾ ਨੂੰ ਬਣਾ ਕੇ ਰੱਖਣਾ। ਪ੍ਰਭੂ ਜੀ ਇਹ ਵਚਨ ਸਾਡੇ ਸਭ ਦੇ ਲਈ ਇੱਕ ਆਸ਼ੀਸ਼ ਦਾ ਕਾਰਨ ਬਣੇ। ਵਚਨ ਸੁਣਦੇ ਪ੍ਰਭੂ ਯਿਸੂ ਮਸੀਹ ਤੇਰੇ ਲੋਕਾਂ ਦਾ ਜੀਵਨ ਬਦਲ ਜਾਏ। ਪ੍ਰਭੂ ਜੀ ਉਹ ਤੈਨੂੰ ਜਾਣਨ ਕਿ ਤੂੰ ਇੱਕ ਜੀਵਤ ਪਰਮੇਸ਼ਰ ਹੈ। ਪ੍ਰਭੂ ਜੀ ਤੂੰ ਸਾਡੀ ਪ੍ਰਾਰਥਨਾ ਸੁਣਿਆ, ਕਬੂਲ ਕੀਤਾ। ਯਿਸੂ ਦੇ ਮਿੱਠੇ ਪਿਆਰੇ ਸਾਮਰਥੀ ਨਾਮ ਵਿੱਚ ਮੰਗ ਲੈਂਦੇ ਆ, ਆਮੀਨ। ਹਾਲੇਲੂਇਆ। ਤੋ ਮੇਰੇ ਚੀਜ਼ ਭਾਈ ਭੈਣੋ, ਅੱਜ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਵਰ ਨੇ ਸਾਨੂੰ ਫਿਰ ਦੁਆਰਾ ਮਿਲਾਇਆ ਔਰ ਅਸੀਂ ਅੱਜ ਕਹਾਵਤਾਂ ਦੀ ਕਿਤਾਬ ਉਹਦਾ 1 ਅਧਿਆਇ ਉਹਦੀ 33 ਆਇਤ ਨੂੰ ਪੜ੍ਹਾਂਗੇ। ਉਹਦੇ ਵਿੱਚ ਲਿਖਿਆ ਆ, ਕਹਿੰਦਾ ਪਰ ਜੋ ਮੇਰੀ ਸੁਣਦਾ ਉਹ ਸੁੱਖ ਨਾਲ ਵਸੇਗਾ ਅਤੇ ਬਲਾ ਤੋਂ ਨਿਰਭੈ ਹੋ ਕੇ ਸ਼ਾਂਤੀ ਨਾਲ ਰਹੇਗਾ। ਤੇ ਮੇਰੀ ਚੀਜ਼ ਭਾਈ ਭੈਣੋ, ਇਸ ਵਚਨ ਦੇ ਲਈ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਔਰ ਮੈਂ ਆਪਣੇ ਆਪ ਨੂੰ ਔਰ ਤੁਹਾਨੂੰ ਸਭ ਨੂੰ ਪਰਮੇਸ਼ਵਰ ਦੇ ਹੱਥ ਵਿੱਚ ਦਿੰਦੀ ਹਾਂ ਤਾਂ ਕਿ ਪਰਮੇਸ਼ਵਰ ਸਾਡੇ ਤੇ ਕਿਰਪਾ ਬਣਾ ਕੇ ਰੱਖੇ। ਤੇ ਮੇਰੀ ਚੀਜ਼ ਭਾਈ ਭੈਣੋ, ਪਰਮੇਸ਼ਵਰ ਦੇ ਵਚਨ ਵਿੱਚ ਲਿਖਿਆ ਜੋ ਮੇਰੀ ਸੁਣਦਾ ਸੁੱਖ ਨਾਲ ਵਸੇਗਾ ਤੇ ਬਲਾ ਤੋਂ ਨਿਰਭੈ ਹੋ ਕੇ ਸ਼ਾਂਤੀ ਨਾਲ ਰਹੇਗਾ। ਪਰਮੇਸ਼ਵਰ ਦਾ ਵਚਨ ਸਾਨੂੰ ਸਿਖਾਉਂਦਾ ਕਿ ਜੋ ਮੇਰੀ ਸੁਣਦਾ ਉਹ ਸੁੱਖ ਨਾਲ ਵਸੇਗਾ ਅਤੇ ਬਲਾ ਤੋਂ ਨਿਰਭੈ ਹੋ ਕੇ ਸ਼ਾਂਤੀ ਨਾਲ ਰਹੇਗਾ। ਮੇਰੀ ਚੀਜ਼ ਭਾਈ ਭੈਣੋ, ਅਗਰ ਅਸੀਂ ਆਪਣੀ ਜ਼ਿੰਦਗੀ ਵਿੱਚ ਸ਼ਾਂਤੀ ਚਾਹੁੰਦੇ ਹਾਂ, ਅਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ੀ ਨੂੰ ਚਾਹੁੰਦੇ ਹਾਂ ਤੇ ਸਾਡੀ ਜ਼ਿੰਦਗੀ ਦੇ ਵਿੱਚ ਮੇਰੇ ਚੀਜ਼ ਭਾਈ ਭੈਣੋ ਪਰਮੇਸ਼ਵਰ ਦਾ ਹੋਣਾ ਬਹੁਤ ਹੀ ਜ਼ਰੂਰੀ ਆ। ਮੇਰੇ ਚੀਜ਼ ਭਾਈ ਭੈਣੋ, ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਸਭ ਕੁਝ ਹੁੰਦਾ ਲੇਕਿਨ ਪਰਮੇਸ਼ਵਰ ਦਾ ਦਰਜਾ ਸਾਡੀ ਜ਼ਿੰਦਗੀ ਵਿੱਚ ਬਹੁਤ ਘੱਟ ਹੁੰਦਾ। ਲੇਕਿਨ ਮੇਰੇ ਜਿਸ ਭਾਈ ਭੈਣੋ, ਅਸੀਂ ਹਮੇਸ਼ਾ ਯਾਦ ਰੱਖਣਾ ਜਿਸ ਪਰਮੇਸ਼ਰ ਨੇ ਸਾਨੂੰ ਬਣਾਇਆ, ਜਿਸ ਪਰਮੇਸ਼ਰ ਨੇ ਸਾਨੂੰ ਪ੍ਰੇਮ ਕੀਤਾ, ਅਸੀਂ ਉਹਦੇ ਵਿੱਚ ਹਮੇਸ਼ਾ ਬਣੇ ਰਹਿਣਾ ਆ, ਉਹਦੇ ਕੰਮਾਂ ਵਿੱਚ ਅੱਗੇ ਵਧਣਾ ਔਰ ਉਹਦੇ ਨਾਮ ਨੂੰ ਉੱਚਾ ਕਰਨਾ। ਮੇਰੇ ਜਿਸ ਭਾਈ ਭੈਣੋ, ਪਰਮੇਸ਼ਵਰ ਤੋਂ ਬਿਨਾਂ ਇਸ ਧਰਤੀ ਦੇ ਉੱਤੇ ਕੁਛ ਵੀ ਨਹੀਂ ਆ ਔਰ ਪਰਮੇਸ਼ਵਰ ਹੀ ਹੈ ਜਿਹੜਾ ਸਾਨੂੰ ਸ਼ਾਂਤੀ ਦਿੰਦਾ, ਪਰਮੇਸ਼ਵਰ ਹੀ ਹੈ ਜਿਹੜਾ ਸਾਨੂੰ ਤਸੱਲੀ ਦਿੰਦਾ ਹੈ। ਮੇਰੇ ਜਿਸ ਭਾਈ ਭੈਣੋ, ਕਿਉਂਕਿ ਵਚਨ ਵਿੱਚ ਲਿਖਿਆ ਜੋ ਮੇਰੀ ਸੁਣਦਾ ਸੁੱਖ ਨਾਲ ਬਸੇਗਾ ਤੇ ਬਲਾ ਤੋਂ ਨਿਰਭੈ ਹੋ ਕੇ ਸ਼ਾਂਤੀ ਨਾਲ ਰਹੇਗਾ। ਮੇਰੇ ਚੀਜ਼ ਭਾਈ ਭੈਣੋ, ਸ਼ਾਂਤੀ ਨੂੰ ਲੱਭਣ ਦੇ ਲਈ ਲੋਕ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਆ ਲੇਕਿਨ ਉਹਨਾਂ ਨੂੰ ਸ਼ਾਂਤੀ ਨਹੀਂ ਮਿਲਦੀ। ਔਰ ਮੈਂ ਵੀ ਇੱਕ ਦਿਨ ਇਸੇ ਤਰ੍ਹਾਂ ਦਾ ਇਨਸਾਨ ਸੀਗੀ ਔਰ ਮੈਂ ਵੀ ਇੱਕ ਸ਼ਾਂਤੀ ਨੂੰ ਲੱਭਦੀ ਸੀਗੀ ਲੇਕਿਨ ਮੇਰੇ ਅੰਦਰ ਸ਼ਾਂਤੀ ਨਹੀਂ ਸੀਗੀ। ਲੇਕਿਨ ਜਿਸ ਵਕਤ ਵੀ ਮੈਂ ਛੋਟੀ ਸੀਗੀ ਪਰ ਮੈਂ ਹਮੇਸ਼ਾ ਇੱਕ ਹੀ ਖੋਜ ਵਿੱਚ ਰਹਿੰਦੀ ਸੀ, ਅਗਰ ਪਰਮੇਸ਼ਵਰ ਹੈ ਤੇ ਕਿੱਥੇ ਹੈ। ਲੇਕਿਨ ਮੇਰੇ ਚੀਜ਼ ਭਾਈ ਭੈਣੋ, ਮੈਂ ਸਭ ਕੁਝ ਦੇਖਿਆ ਲੇਕਿਨ ਮੈਨੂੰ ਸ਼ਾਂਤੀ ਨਹੀਂ ਸੀ। ਲੇਕਿਨ ਜਦੋਂ ਮੈਂ ਸੌਂਦੀ ਸੀਗੀ ਉਸ ਵਕਤ ਕੀ ਹੁੰਦਾ ਸੀਗਾ ਕਿ ਜਦੋਂ ਮੈਂ ਸੋਚਦੀ ਸੀ ਲੋਕ ਮਰਨ ਤੋਂ ਬਾਅਦ ਕਿੱਥੇ ਜਾਣਗੇ ਤਾਂ ਮੇਰੇ ਚੀਜ਼ ਭਾਈ ਭੈਣੋ, ਮੇਰੇ ਲੂ ਕੰਡੇ ਖੜੇ ਹੋ ਜਾਂਦੇ ਸੀ ਤੇ ਮੈਂ ਡਰ ਜਾਂਦੀ ਸੀਗੀ ਕਿ ਕੀ ਹੋਵੇਗਾ, ਅੰਤ ਕੀ ਹੋਵੇਗਾ। ਲੇਕਿਨ ਮੇਰੇ ਚੀਜ਼ ਭਾਈ ਭੈਣੋ, ਜਦੋਂ ਮੈਨੂੰ ਯਿਸੂ ਮਸੀਹ ਮਿਲ ਗਿਆ ਤੇ ਮੇਰੇ ਸਵਾਲ ਦਾ ਜਵਾਬ ਮੈਨੂੰ ਮਿਲ ਗਿਆ ਔਰ ਮੈਨੂੰ ਪਤਾ ਲੱਗ ਗਿਆ ਕਿ ਯਿਸੂ ਮਸੀਹ ਸ਼ਾਂਤੀ ਆ। ਔਰ ਹੁਣ ਮੇਰੇ ਚੀਜ਼ ਭਾਈ ਭੈਣੋ, ਸਾਨੂੰ ਮੌਤ ਦਾ ਕੋਈ ਵੀ ਡਰ ਨਹੀਂ ਆ ਕਿਉਂਕਿ ਸਾਡਾ ਪਰਮੇਸ਼ਵਰ ਸਾਨੂੰ ਉਹਨੇ ਵਾਅਦਾ ਕੀਤਾ ਜਿੱਥੇ ਮੈਂ ਜਾਵਾਂਗਾ ਉੱਥੇ ਤੁਸੀਂ ਵੀ ਜਾਵੋਗੇ। ਤੇ ਮੇਰੇ ਚੀਜ਼ ਭਾਈ ਭੈਣੋ, ਅੱਜ ਮੈਂ ਤੁਹਾਨੂੰ ਬਾਈਬਲ ਦੇ ਵਿੱਚੋਂ ਇਸ ਦੇ ਬਾਰੇ ਸਿਖਾਉਣਾ ਚਾਹੁੰਦੀ ਹਾਂ। ਅਸੀਂ ਡੈਨੀਅਲ ਦੀ ਕਿਤਾਬ ਜਦੋਂ ਖੋਲ੍ਹਦੇ ਹਾਂ ਮੇਰੇ ਚੀਜ਼ ਭਾਈ ਭੈਣੋ, ਇੱਕ ਅਸੀਂ ਡੈਨੀਅਲ ਦੀ ਅਸੀਂ ਵਚਨ ਨੂੰ ਵੇਖਾਂਗੇ ਔਰ ਡੈਨੀਅਲ ਦੀ ਇੱਕ ਉਦਾਹਰਨ ਨੂੰ ਵੇਖਾਂਗੇ। ਮੇਰੇ ਚੀਜ਼ ਭਾਈ ਭੈਣੋ, ਡੈਨੀਅਲ ਇੱਕ ਕਿਹੋ ਜਿਹਾ ਇਨਸਾਨ ਸੀਗਾ ਜਿਸ ਨੇ ਪਰਮੇਸ਼ਵਰ ਦੇ ਨਾਲ ਪ੍ਰੀਤ ਲਾਈ ਔਰ ਪਰਮੇਸ਼ਵਰ ਨੇ ਉਹਦੀ ਜ਼ਿੰਦਗੀ ਵਿੱਚ ਕਿਹੋ ਜਿਹਾ ਕੰਮ ਕੀਤਾ। ਮੇਰੇ ਚੀਜ਼ ਭਾਈ ਭੈਣੋ, ਇੱਕ ਗੱਲ ਉਸ ਸਮੇਂ ਦੀ ਹੈ ਜਿਸ ਵਕਤ ਰਾਜਾ ਯਹੂਦਾ ਦੇ ਰਾਜਾ ਯਹੋਯਾਕੀਮ ਦੇ ਰਾਜ ਦੇ 3 ਵਰ੍ਹੇ ਵਿੱਚ ਬਾਬਲ ਦੇ ਰਾਜਾ ਨਬੂਕਦਨੇਸਰ ਨੇ ਯਰੂਸ਼ਲਮ ਉੱਤੇ ਚੜ੍ਹਾਈ ਕਰਕੇ ਉਹਦੇ ਆਲੇ ਦੁਆਲੇ ਘੇਰਾ ਪਾ ਲਿਆ। ਮੇਰੇ ਚੀਜ਼ ਭਾਈ ਭੈਣੋ, ਜਦੋਂ ਨਬੂਕਦਨੇਸਰ ਨੇ ਮੇਰੇ ਚੀਜ਼ ਭਾਈ ਭੈਣੋ, ਬਾਬਲ ਦੇ ਰਾਜੇ ਨੇ ਮੇਰੇ ਚੀਜ਼ ਭਾਈ ਭੈਣੋ, ਯਹੂਦਾ ਦੇ ਰਾਜਾ ਯਹੋਯਾਕੀਮ ਯਰੂਸ਼ਲਮ ਦੇ ਉੱਤੇ ਉਹਨੇ ਚੜ੍ਹਾਈ ਕਰਕੇ ਉਹਨਾਂ ਦੇ ਉੱਤੇ ਘੇਰਾ ਪਾ ਲਿਆ ਔਰ ਪਰਮੇਸ਼ਵਰ ਨੇ ਕੀ ਕੀਤਾ,
ਉਹਨਾਂ ਨੂੰ ਉਸ ਰਾਜੇ ਦੇ ਅਧੀਨ ਵਿੱਚ ਕਰ ਦਿੱਤਾ। ਮੇਰੇ ਜੀਸ ਭਾਈ ਭੈਣੋ, ਪਰਮੇਸ਼ਵਰ ਨੇ ਕੀ ਕੀਤਾ? ਉਹਨਾਂ ਲੋਕਾਂ ਨੂੰ ਔਰ ਪਰਮੇਸ਼ਵਰ ਦੇ ਭਵਨ ਦੇ ਕੁਝ ਬਰਤਨਾਂ ਨੂੰ ਉਹਨੇ ਉਹਨਾਂ ਦੇ ਹੱਥ ਵਿੱਚ ਦੇ ਦਿੱਤਾ। ਮੇਰੇ ਜੀਸ ਭਾਈ ਭੈਣੋ, ਉਹ ਗੁਲਾਮ ਬਣਾ ਕੇ ਜਦੋਂ ਉਹਨਾਂ ਨੂੰ ਆਪਣੇ ਦੇਸ਼ ਵਿੱਚ ਲੈ ਕੇ ਆਇਆ, ਮੇਰੇ ਜੀਸ ਭਾਈ ਭੈਣੋ, ਉਸ ਵਕਤ ਰਾਜੇ ਨੇ ਇੱਕ ਹੁਕਮ ਕਰ ਦਿੱਤਾ ਕਿ ਜੋ ਇਸ ਰਾਜੇ ਦੀ ਅੰਸ਼ ਵਿੱਚੋਂ ਔਰ ਉਨ ਤੋਂ ਬਹੁਤ ਸਾਰੇ ਜੋ ਕੁਲੀਨ ਲੋਕ ਹੈ, ਅੱਛੇ ਲੋਕ ਹੈ, ਜੋ ਰੂਪਵੰਤ ਲੋਕ ਆ, ਜੋ ਗਿਆਨਵੰਤ ਲੋਕ ਹੈ, ਜੋ ਬੁੱਧ ਦੇ ਨਾਲ ਭਰਪੂਰ ਲੋਕ ਆ, ਉਹਨਾਂ ਨੂੰ ਕਹਿੰਦਾ ਤੁਸੀਂ ਬੁਲਾ ਕੇ ਲੈ ਕੇ ਆਵੋ। ਉਹਨੇ ਖੁਸਰਿਆਂ ਦੇ ਸਰਦਾਰ ਨੂੰ ਇਹ ਹੁਕਮ ਕਰ ਦਿੱਤਾ। ਮੇਰੇ ਜੀਸ ਭਾਈ ਭੈਣੋ, ਜਿਸ ਵਕਤ ਰਾਜੇ ਦਾ ਇਹ ਹੁਕਮ ਹੋ ਗਿਆ ਤੇ ਉਸ ਵਕਤ ਯਹੂਦਾ ਦੇ ਰਾਜੇ ਦੀ ਅੰਸ਼ ਦੇ ਵਿੱਚੋਂ, ਮੇਰੇ ਜੀਸ ਭਾਈ ਭੈਣੋ, ਕੁਲੀਨਾਂ ਦੇ ਵਿੱਚੋਂ ਉਸ ਵਕਤ 4 ਲੋਕਾਂ ਨੂੰ ਬੁਲਾਇਆ ਗਿਆ। ਉਹਨਾਂ ਲੋਕਾਂ ਨੂੰ ਰਾਜੇ ਦੇ ਮਹਿਲ ਵਿੱਚ ਲਿਆਂਦਾ ਗਿਆ। ਮੇਰੇ ਜੀਸ ਭਾਈ ਭੈਣੋ, ਜਿਸ ਵਕਤ ਉਹਨਾਂ ਨੂੰ ਉਸ ਜਗ੍ਹਾ 'ਤੇ ਰੱਖਿਆ ਗਿਆ, ਉਹਨਾਂ ਦੇ ਲਈ ਉਹਨਾਂ ਨੇ ਸ਼ਾਹੀ ਭੋਜਨ ਦਾ ਇੰਤਜ਼ਾਮ ਕਰ ਦਿੱਤਾ। ਮੇਰੇ ਜੀਸ ਭਾਈ ਭੈਣੋ, ਅਸੀਂ ਡੈਨੀਅਲ ਦੀ ਜ਼ਿੰਦਗੀ ਨੂੰ ਵੇਖਦੇ ਹਾਂ ਕਿ ਡੈਨੀਅਲ ਇੱਕ ਇਹੋ ਜਿਹਾ ਇਨਸਾਨ ਸੀਗਾ, ਉਹ ਪੱਕੇ ਇਰਾਦੇ ਵਾਲਾ ਇੱਕ ਇਨਸਾਨ ਸੀਗਾ। ਮੇਰੇ ਜੀਸ ਭਾਈ ਭੈਣੋ, ਜਿਸ ਵਕਤ ਡੈਨੀਅਲ ਅਤੇ ਉਹਦੇ ਦੋਸਤਾਂ ਨੂੰ, ਮੇਰੇ ਜੀਸ ਭਾਈ ਭੈਣੋ, 4 ਨੂੰ ਉਹਨਾਂ ਨੇ ਸ਼ਾਹੀ ਖਾਣਾ ਖਵਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹਨਾਂ ਲੋਕਾਂ ਨੇ ਇੱਕ ਪੱਕਾ ਇਰਾਦਾ ਕਰ ਲਿਆ ਕਿ ਅਸੀਂ ਰਾਜੇ ਦੇ ਭੋਜਨਾਂ ਦੇ ਨਾਲ ਆਪਣੇ ਆਪ ਨੂੰ ਨਾਪਾਕ ਨਹੀਂ ਕਰਾਂਗੇ। ਮੇਰੀ ਚੀਜ਼ ਭਾਈ ਭੈਣੋ, ਕਈ ਵਾਰ ਅਸੀਂ ਡਰ ਜਾਂਦੇ ਆ, ਘਬਰਾ ਜਾਂਦੇ ਆ, ਅਸੀਂ ਸੋਚ ਲੈਂਦੇ ਚਲੋ ਕੋਈ ਗੱਲ ਨਹੀਂ, ਕੌਣ ਦੇਖਦਾ। ਲੇਕਿਨ ਮੇਰੇ ਚੀਜ਼ ਭਾਈ ਭੈਣੋ, ਉਹ ਲੋਕ ਉਸ ਜਗ੍ਹਾ 'ਤੇ ਇਕੱਲੇ ਸੀਗੇ, ਉਹ ਦੂਸਰੇ ਮੂਰਤੀ ਪੂਜਕ ਲੋਕਾਂ ਦੇ ਵਿੱਚ ਰਹਿ ਰਹੇ ਸੀ। ਉਸ ਜਗ੍ਹਾ ਦੇ ਉੱਤੇ ਉਹਨਾਂ ਨੂੰ ਕੋਈ ਵੀ ਸਿਖਾਉਣ ਵਾਲਾ ਨਹੀਂ ਸੀਗਾ, ਉਹਨਾਂ ਦੇ ਪੇਰੈਂਟਸ ਉਹਨਾਂ ਦੇ ਨਾਲ ਨਹੀਂ ਸੀਗੇ, ਲੇਕਿਨ ਮੇਰੇ ਚੀਜ਼ ਭਾਈ ਭੈਣੋ, ਉਹਨਾਂ ਦੇ ਨਾਲ ਉਹਨਾਂ ਦਾ ਪਰਮੇਸ਼ਵਰ ਸੀਗਾ, ਉਹਨਾਂ ਦੇ ਅੰਦਰ ਪਰਮੇਸ਼ਵਰ ਦਾ ਪ੍ਰੇਮ ਸੀਗਾ, ਔਰ ਜੋ ਉਹਨਾਂ ਨੇ ਬਚਪਨ ਦੇ ਵਿੱਚ ਸਿੱਖਿਆ ਹੋਇਆ ਸੀਗਾ ਉਹ ਉਹਨਾਂ ਦੇ ਅੰਦਰ ਕਾਇਮ ਸੀਗਾ। ਇਸੇ ਕਰਕੇ ਮੇਰੇ ਜੀਸ ਭਾਈ ਭੈਣੋ, ਉਹਨਾਂ ਨੇ ਰਾਜੇ ਦੇ ਸਵਾਦਲੇ ਭੋਜਨ ਦੇ ਨਾਲ ਆਪਣੇ ਆਪ ਨੂੰ ਪ੍ਰਿਸ਼ਟ ਨਹੀਂ ਕੀਤਾ, ਔਰ ਉਹਨਾਂ ਨੇ ਇੱਕ ਮੰਗ ਰੱਖ ਲਈ ਮੇਰੀ ਜੀਸ ਭਾਈ ਭੈਣੋ ਕਿ ਉਹਨਾਂ ਨੇ ਬੇਨਤੀ ਕੀਤੀ ਕਿ ਸਾਨੂੰ ਇਸ ਭੋਜਨ ਤੋਂ ਬਖਸ਼ਿਆ ਜਾਵੇ ਜਾਂ ਸਾਨੂੰ ਇਸ ਭੋਜਨ ਤੋਂ ਮਨਾਹੀ ਦਿੱਤੀ ਜਾਵੇ, ਔਰ ਜੋ ਅਸੀਂ ਚਾਹੁੰਦੇ ਹਾਂ ਉਹ ਹੀ ਸਾਨੂੰ ਮਿਲੇ। ਤੇ ਮੇਰੇ ਚੀਜ਼ ਭਾਈ ਭੈਣੋ, ਜਦੋਂ ਅਸੀਂ ਇਸ ਬੁੱਕ ਵਿੱਚ ਅੱਗੇ ਪੜ੍ਹਦੇ ਹਾਂ, ਅਗਰ ਆਪਾਂ ਜ਼ਿਆਦਾ ਪੜ੍ਹਾਂਗੇ ਤਾਂ ਬਹੁਤ ਟਾਈਮ ਲੱਗ ਜਾਏਗਾ। ਅਤੇ ਕੀ ਹੋਇਆ ਕਿ ਜਦੋਂ ਉਹਨਾਂ ਲੋਕਾਂ ਨੇ ਮਨਸਾ ਮੰਨ ਲਈ ਤਾਂ ਕੀ ਹੋਇਆ, ਪਰਮੇਸ਼ਵਰ ਦੀ ਪ੍ਰੇਮ ਦੀ ਨਜ਼ਰ ਉਹਨਾਂ ਦੇ ਉੱਤੇ ਆ ਗਈ। ਜਦੋਂ ਅਸੀਂ 1 ਦੀ 6 ਪੜ੍ਹਦੇ ਹਾਂ, 9 ਪੜ੍ਹਦੇ ਹਾਂ, ਲਿਖਿਆ ਅਤੇ ਪਰਮੇਸ਼ਵਰ ਨੇ ਅਜਿਹਾ ਕੀਤਾ ਕਿ ਖੁਸਰਿਆਂ ਦੇ ਸਰਦਾਰ ਦੀ ਕਿਰਪਾ ਤੇ ਪ੍ਰੇਮ ਦੀ ਨਿਗਾਹ ਦਾਨੀਅਲ ਉੱਤੇ ਰਹੀ। ਖੁਸਰਿਆਂ ਦੇ ਸਰਦਾਰ ਦੀ ਕਿਰਪਾ ਤੇ ਪ੍ਰੇਮ ਦੀ ਨਿਗਾਹ ਦਾਨੀਅਲ ਦੇ ਉੱਤੇ ਰਹੀ। ਮੇਰੇ ਜੀਸ ਭਾਈ ਭੈਣੋ, ਜਦੋਂ ਦਾਨੀਅਲ ਪੱਕਾ ਰਿਹਾ ਵਿਸ਼ਵਾਸ ਵਿੱਚ, ਆਪਣੇ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਦਾ ਰਿਹਾ, ਆਪਣੇ ਮਨ ਵਿੱਚ ਉਹਨਾਂ ਨੇ ਪੱਕਾ ਧਾਰ ਲਿਆ, ਤੇ ਉਸ ਵਕਤ ਉਹਦੀ ਨਜ਼ਰ ਉਹਨਾਂ ਦੇ ਉੱਤੇ ਪ੍ਰੇਮ ਦੀ ਤੇ ਕਿਰਪਾ ਦੀ ਰਹੀ। ਮੇਰੇ ਜੀਸ ਭਾਈ ਭੈਣੋ, ਜਦੋਂ ਅਸੀਂ ਫਸੇ ਹੁੰਦੇ ਆ ਕਿਸੇ ਵੀ ਜਗ੍ਹਾ ਦੇ ਉੱਤੇ, ਅਗਰ ਅਸੀਂ ਆਪਣੇ ਇਰਾਦੇ ਵਿੱਚ ਪੱਕੇ ਰਹਿੰਦੇ ਆ, ਅਸੀਂ ਪ੍ਰਭੂ ਨੂੰ ਕਹਿੰਦੇ ਕਿ ਪ੍ਰਭੂ ਤੂੰ ਸਾਡੀ ਮਦਦ ਕਰ, ਤੇ ਮੇਰੇ ਜੀਸ ਭਾਈ ਭੈਣੋ, ਤਾਂ ਪਰਮੇਸ਼ਵਰ ਕੀ ਕਰਦਾ, ਉੱਥੇ ਦੇ ਹਾਲਾਤਾਂ ਨੂੰ ਬਦਲ ਦਿੰਦਾ। ਹਾਲੇਲੂਇਆ। ਪਰ ਮੇਰੇ ਚੀਜ਼ ਭਾਈ ਭੈਣੋ, ਕੋਈ ਵੀ ਹਾਲਾਤ ਇਹੋ ਜਿਹਾ ਨਹੀਂ ਹੈ ਜੋ ਸਾਨੂੰ ਦੁਖੀ ਕਰ ਸਕਦਾ ਜਾਂ ਪਰੇਸ਼ਾਨ ਕਰ ਸਕਦਾ, ਲੇਕਿਨ ਸਾਡੀ ਆਪਣੀ ਹੀ ਗਲਤੀ ਹੁੰਦੀ ਆ ਕਿ ਜਦੋਂ ਅਸੀਂ ਮੁਸੀਬਤ ਦੇ ਅੱਗੇ ਗੋਡੇ ਟੇਕ ਦਿੰਦੇ ਆ। ਉਹਨਾਂ ਲੋਕਾਂ ਨੇ ਆਪਣੇ ਘੁਟਨੇ ਨਹੀਂ ਟੇਕੇ, ਉਹਨਾਂ ਨੇ ਪਰਮੇਸ਼ਵਰ ਦੇ ਨਾਮ ਦੇ ਵਿੱਚ ਜਿੱਤ ਨੂੰ ਪ੍ਰਾਪਤ ਕੀਤਾ, ਤੇ ਪਰਮੇਸ਼ਵਰ ਨੇ ਕੀ ਕੀਤਾ, ਖੁਸਰਿਆਂ ਦੇ ਸਰਦਾਰ ਦਾ ਜੀਵਨ ਬਦਲ ਦਿੱਤਾ। ਉਹਦੀ ਨਿਗਾਹ ਉਹਨਾਂ ਦੇ ਉੱਤੇ ਪ੍ਰੇਮ ਵਾਲੀ ਹੋ ਗਈ। ਮੇਰੇ ਚੀਜ਼ ਭਾਈ ਭੈਣੋ, ਜਿਸ ਵਕਤ ਉਹਨਾਂ ਨੂੰ ਰਾਜੇ ਦਾ ਉਸ ਜਗ੍ਹਾ ਦੇ ਉੱਤੇ ਜੋ ਚਾਹੁੰਦੇ ਸੀ ਉਹਨਾਂ ਨੂੰ ਮਿਲ ਗਿਆ, ਉਹੀ ਖਾਣਾ ਉਹ ਖਾਂਦੇ ਸੀਗੇ ਜਿਹੋ ਜਿਹਾ ਉਹ ਖਾਣਾ ਚਾਹੁੰਦੇ ਸੀਗੇ। ਮੇਰੇ ਚੀਜ਼ ਭਾਈ ਭੈਣੋ, ਤੇ ਕੀ ਹੋਇਆ, ਉਸ ਵਕਤ ਜਦੋਂ ਉਹਨਾਂ ਨੂੰ ਲਾਸਟ ਵਿੱਚ ਰਾਜੇ ਦੇ ਸਾਹਮਣੇ ਪੇਸ਼ ਕੀਤਾ ਗਿਆ, ਤੇ ਇਹਦੀ ਜਦੋਂ ਅਸੀਂ 1 ਦੀ 20 ਪੜ੍ਹਦੇ ਹਾਂ ਤਾਂ ਅੱਗੇ ਲਿਖਿਆ, ਅਤੇ ਬੁੱਧ ਤੇ ਸਨਾਸ ਦੀ ਹਰ ਇੱਕ ਗੱਲ ਵਿੱਚ ਜਿਹਦੇ ਵਿੱਚ ਰਾਜੇ ਨੇ ਉਹਨਾਂ ਕੋਲੋਂ ਸਵਾਲ ਕੀਤਾ, ਉਸਨੇ ਉਹਨਾਂ ਨੂੰ ਜਾਦੂਗਰਾਂ ਅਤੇ ਜੋਤਸ਼ੀਆਂ ਨਾਲੋਂ ਜਿਹੜੇ ਉਹਦੇ ਸਾਰੇ ਦੇਸ਼ ਵਿੱਚ ਸਨ 10 ਗੁਣਾ ਅੱਛਾ ਪਾਇਆ, ਅਤੇ ਦਾਨੀਅਲ ਖੋਰਸ ਰਾਜੇ ਦੇ ਪਹਿਲੇ ਵਰ੍ਹੇ ਤੀਕ ਰਿਹਾ। ਹਾਲੇਲੂਇਆ। ਮੇਰੇ ਜੀਸ ਭਾਈ ਭੈਣੋ, ਤਾਂ ਪਰਮੇਸ਼ਵਰ ਨੇ ਉਹਨਾਂ ਦੀ ਬੁੱਧ ਨੂੰ ਖੋਲ੍ਹਿਆ, ਔਰ ਉਹਨੇ ਰਾਜੇ ਨੇ ਜੋ ਵੀ ਉਹਨੂੰ ਸਵਾਲ ਪੁੱਛੇ, ਪਰਮੇਸ਼ਵਰ ਉਹਨਾਂ ਨੂੰ ਬੁੱਧਵਾਨ ਬਣਾ ਦਿੱਤਾ, ਔਰ ਪਰਮੇਸ਼ਵਰ ਦੀ ਕਿਰਪਾ ਉਹਨਾਂ ਦੇ ਉੱਤੇ ਰਹੀ, ਔਰ ਮੇਰੇ ਜੀਸ ਭਾਈ ਭੈਣੋ, ਉਹ ਸਾਰਿਆਂ ਨਾਲੋਂ 10 ਗੁਣਾ ਅੱਛੇ ਪਾਏ ਗਏ। ਇਸ ਕਰਕੇ ਮੇਰੇ ਜੀਸ ਭਾਈ ਭੈਣੋ, ਸਾਨੂੰ ਡਰਨ ਦੀ ਜਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿ ਅਸੀਂ ਕੀ ਬੋਲਾਂਗੇ ਜਾਂ ਅਸੀਂ ਕੀ ਕਵਾਂਗੇ, ਕਿਉਂਕਿ ਸਾਡਾ ਪਰਮੇਸ਼ਵਰ ਸਾਨੂੰ ਉਸੇ ਵਕਤ ਬੁੱਧ ਬਖਸ਼ਦਾ ਹੈ।
ਹਾਲੇਲੂਇਆ। ਕਿਉਂਕਿ ਪਰਮੇਸ਼ਰ ਦੇ ਵਚਨ ਵਿੱਚ ਲਿਖਿਆ ਕਹਿੰਦਾ ਤੂੰ ਆਪਣੇ ਮੂੰਹ ਨੂੰ ਖੋਲ ਤੇ ਮੈਂ ਤੇਰੇ ਮੂੰਹ ਨੂੰ ਭਰ ਦੇਵਾਂਗਾ। ਮੇਰੇ ਜੀਸ ਭਾਈ ਭੈਣੋ, ਸਾਨੂੰ ਡਰਨ ਜਾਂ ਘਬਰਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ। ਕਿਸੇ ਵੀ ਸਥਿਤੀ ਵਿੱਚ ਅਸੀਂ ਕਿਉਂ ਨਹੀਂ ਹਾਂ, ਅਸੀਂ ਕਿਸੇ ਜਗ੍ਹਾ ਦੇ ਉੱਤੇ ਇੰਟਰਵਿਊ ਲਈ ਜਾ ਰਹੇ ਹਾਂ, ਅਸੀਂ ਕਿਸੇ ਵੀ ਜਗ੍ਹਾ ਦੇ ਉੱਤੇ ਜਾ ਰਹੇ ਹਾਂ, ਤੇ ਮੇਰੇ ਜੀਸ ਭਾਈ ਭੈਣੋ, ਅਗਰ ਅਸੀਂ ਆਪਣੇ ਪਰਮੇਸ਼ਰ ਦੇ ਹੱਥ ਵਿੱਚ ਆਪਣੇ ਆਪ ਨੂੰ ਦੇ ਕੇ ਜਾਂਦੇ ਹਾਂ ਤਾਂ ਮੇਰੇ ਜੀਸ ਭਾਈ ਭੈਣੋ, ਸਾਡਾ ਪਰਮੇਸ਼ਰ ਉਸੇ ਵਕਤ ਹੀ ਸਾਨੂੰ ਬੋਲਣ ਦੀ ਸਾਮਰਥ ਦਿੰਦਾ ਹੈ। ਇਸ ਕਰਕੇ ਮੇਰੇ ਜੀਸ ਭਾਈ ਭੈਣੋ, ਡੈਨੀਅਲ ਦੇ ਉੱਤੇ ਪਰਮੇਸ਼ਵਰ ਦੀ ਕਿਰਪਾ ਸੀਗੀ। ਉਹ ਇੱਕ ਪੱਕੇ ਮਨ ਵਾਲਾ ਇਨਸਾਨ ਸੀਗਾ, ਉਹਦੇ ਅੰਦਰ ਪਰਮੇਸ਼ਵਰ ਦਾ ਡਰ ਤੇ ਭੈ ਸੀਗਾ ਔਰ ਪਰਮੇਸ਼ਵਰ ਦੇ ਨਾਲ ਉਹ ਆਪਣੀ ਜ਼ਿੰਦਗੀ ਨੂੰ ਬਚਾ ਕੇ ਰੱਖਦਾ ਸੀਗਾ। ਇਸੇ ਤਰ੍ਹਾਂ ਮੇਰੇ ਜੀਸ ਭਾਈ ਭੈਣੋ, ਅਸੀਂ ਅੱਗੇ ਜਦੋਂ ਪਰਮੇਸ਼ਰ ਦੇ ਵਚਨ ਦੇ ਵਿੱਚ ਸਿੱਖਦੇ ਹਾਂ ਤੇ ਕੀ ਲਿਖਿਆ ਹੋਇਆ, ਕਹਿੰਦਾ ਡੈਨੀਅਲ ਦੀ ਕਿਤਾਬ ਨੂੰ ਅਸੀਂ ਖੋਲ੍ਹਦੇ ਹਾਂ ਤਾਂ ਮੇਰੇ ਚੀਜ਼ ਭਾਈ ਭੈਣੋ, ਪਰਮੇਸ਼ਵਰ ਨੇ ਉਹਨਾਂ ਨੂੰ ਬਹੁਤ ਹੀ ਬੁੱਧ ਤੇ ਗਿਆਨ ਦੇ ਦਿੱਤਾ। ਮੇਰੇ ਚੀਜ਼ ਭਾਈ ਭੈਣੋ, ਜਦੋਂ ਅਸੀਂ ਅੱਗੇ ਵੇਖਦੇ ਹਾਂ ਕੀ ਹੁੰਦਾ ਹੈ ਕਿ ਜੋ ਰਾਜਾ ਹੁੰਦਾ ਆ ਉਸਨੂੰ ਇੱਕ ਸੁਪਨਾ ਆਉਂਦਾ ਆ। ਜਦੋਂ ਰਾਜੇ ਨੂੰ ਇੱਕ ਸੁਪਨਾ ਆਉਂਦਾ ਤੇ ਸੁਪਨੇ ਦੇ ਵਿੱਚ ਕੀ ਹੁੰਦਾ ਕਿ ਰਾਜੇ ਨੂੰ ਕੋਈ ਵੀ ਭੇਤ ਦੱਸਣ ਵਾਲਾ ਨਹੀਂ ਹੁੰਦਾ, ਕੋਈ ਵੀ ਨਹੀਂ ਹੁੰਦਾ। ਔਰ ਰਾਜਾ ਦੇ ਜਲਾਦ ਜਿਹੜੇ ਇਹਦੀ 2:14 ਵਿੱਚ ਅਸੀਂ ਪੜ੍ਹਦੇ ਹਾਂ, ਕਹਿੰਦਾ ਤਦ ਦਾਨੀਅਲ ਰਾਜੇ ਦੇ ਜਲਾਦਾਂ ਦੇ ਸਰਦਾਰ ਅਰਜੋਕ ਨੂੰ, ਜਿਹੜਾ ਬਾਬਲ ਦੇ ਗਿਆਨੀਆਂ ਨੂੰ ਮਾਰ ਸੁੱਟਣ ਲਈ ਨਿਕਲਿਆ ਸੀ, ਮੱਤ ਤੇ ਬੁੱਧ ਨਾਲ ਬੋਲਿਆ। ਉਸਨੇ ਰਾਜੇ ਦੇ ਜਲਾਦਾਂ ਦੇ ਸਰਦਾਰ ਅਰਜੋਕ ਤੋਂ ਪੁੱਛਿਆ ਕਿ ਰਾਜੇ ਦੇ ਹੁਕਮ ਵਿੱਚ ਇੰਨੀ ਕਾਹਲੀ ਕਾਹਨੂੰ ਹੁੰਦੀ ਹੈ। ਤਦ ਅਰਜੋਕ ਨੇ ਦਾਨੀਅਲ ਨੂੰ ਉਹ ਗੱਲ ਸੁਣਾਈ ਅਤੇ ਦਾਨੀਅਲ ਨੇ ਅੰਦਰ ਜਾ ਕੇ ਰਾਜੇ ਅੱਗੇ ਅਰਦਾਸ ਕੀਤੀ, ਭਾਈ ਮੈਨੂੰ ਬਖਤ ਦਿਓ ਅਤੇ ਮੈਂ ਰਾਜੇ ਨੂੰ ਅਰਥ ਦੱਸਾਂਗਾ। ਮੇਰੇ ਜੀਸ ਭਾਈ ਭੈਣੋ, ਡੈਨੀਅਲ ਇੱਕ ਹਿੰਮਤ ਵਾਲਾ ਇਨਸਾਨ ਸੀਗਾ, ਇੱਕ ਪਰਮੇਸ਼ਰ ਤੇ ਭਰੋਸਾ ਰੱਖਣ ਵਾਲਾ ਇਨਸਾਨ ਸੀਗਾ। ਉਹ ਉਸੇ ਵਿਸ਼ਵਾਸ ਦੇ ਨਾਲ ਰਾਜੇ ਦੇ ਕੋਲ ਗਿਆ ਔਰ ਉਸਨੇ ਕੀ ਕੀਤਾ, ਉਹਦੇ ਅੱਗੇ ਬੇਨਤੀ ਕੀਤੀ ਕਿ ਮੈਨੂੰ ਕੁਝ ਸਮਾਂ ਦੇ ਦਿਓ ਕਿ ਮੈਂ ਰਾਜੇ ਨੂੰ ਇਸ ਭੇਤ ਦੱਸ ਸਕਾਂ। ਮੇਰੇ ਜੀਸ ਭਾਈ ਭੈਣੋ, ਉਸ ਤੋਂ ਬਾਅਦ ਰਾਜੇ ਨਾਲ ਗੱਲ ਕਰਨ ਤੋਂ ਬਾਅਦ ਕੀ ਹੋਇਆ ਕਿ ਡੈਨੀਅਲ ਜਦੋਂ ਆਪਣੇ ਘਰ ਵਿੱਚ ਆਇਆ, ਮੇਰੇ ਜੀਸ ਭਾਈ ਭੈਣੋ, ਉਸ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਗੱਲ ਕੀਤੀ ਔਰ ਉਹਨਾਂ ਨੇ ਕਿਹਾ ਕਿ ਅਸੀਂ ਆਕਾਸ਼ ਦੇ ਪਰਮੇਸ਼ਵਰ ਤੋਂ ਦਇਆ ਮੰਗਾਂਗੇ। ਮੇਰੇ ਚੀਜ਼ ਭਾਈ ਭੈਣੋ, ਦੂਸਰੀ ਖੂਬੀ ਦਾਨੀਅਲ ਦੀ ਜ਼ਿੰਦਗੀ ਵਿੱਚ ਅਸੀਂ ਇਹ ਵੇਖਦੇ ਹਾਂ ਕਿ ਉਹ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਚੱਲਣ ਵਾਲਾ ਇਨਸਾਨ ਸੀਗਾ। ਉਸਨੇ ਆਪਣੇ ਸਾਥੀਆਂ ਨੂੰ ਦੱਸਿਆ, ਆਪਣੀ ਮੁਸੀਬਤ ਬਾਰੇ ਦੱਸਿਆ ਔਰ ਉਹਨਾਂ ਨੇ ਮੇਰੇ ਜੀਸ ਭਾਈ ਭੈਣੋ ਆਕਾਸ਼ ਦੇ ਪਰਮੇਸ਼ਵਰ ਕੋਲੋਂ ਦਇਆ ਮੰਗੀ। ਔਰ ਉਸ ਤੋਂ ਬਾਅਦ ਕੀ ਹੋਇਆ ਮੇਰੇ ਜੀਸ ਭਾਈ ਭੈਣੋ, ਪਰਮੇਸ਼ਵਰ ਨੇ ਡੈਨੀਅਲ ਦੇ ਉੱਤੇ ਰਾਤ ਨੂੰ ਸੁਪਨੇ ਦੇ ਦੁਆਰਾ ਉਸ ਭੇਤ ਨੂੰ ਪ੍ਰਗਟ ਕਰ ਦਿੱਤਾ। ਜਦੋਂ ਅਸੀਂ ਅਸੀਂ 23 ਪੜ੍ਹਦੇ ਹਾਂ ਤੇ ਮੇਰੇ ਚੀਜ਼ ਭਾਈ ਭੈਣੋ, ਉਹਦੇ ਵਿੱਚ ਲਿਖਿਆ ਕਿ ਮੈਂ ਤੇਰਾ ਸ਼ੁਕਰ ਤੇ ਉਸਤਤ ਕਰਦਾ ਹਾਂ, ਹੀ ਮੇਰੇ ਪਿਓ ਦਾਦਿਆਂ ਦੇ ਪਰਮੇਸ਼ਰ, ਜਿਹਨੇ ਮੈਨੂੰ ਬੁੱਧ ਤੇ ਸ਼ਕਤੀ ਦਿੱਤੀ ਅਤੇ ਜੋ ਕੁਝ ਅਸਾਂ ਤੇਰੇ ਤੋਂ ਮੰਗਿਆ ਤੈਂ ਮੇਰੇ ਉੱਤੇ ਪ੍ਰਗਟ ਕੀਤਾ, ਕਿਉਂ ਜੋ ਤੈਂ ਰਾਜੇ ਦੀ ਗੱਲ ਸਾਡੇ ਉੱਤੇ ਪ੍ਰਗਟ ਕੀਤੀ ਹੈ। ਮੇਰੇ ਜਿਸ ਭਾਈ ਭੈਣੋ, ਜਦੋਂ ਇਸ ਆਇਤ ਨੂੰ ਅਸੀਂ ਪੜ੍ਹਦੇ ਹਾਂ ਤਾਂ ਅਸੀਂ ਵੇਖਦੇ ਹਾਂ ਕਿ ਡੈਨੀਅਲ ਦੀ ਜ਼ਿੰਦਗੀ ਵਿੱਚ ਸ਼ੁਕਰ ਕਰਨ ਵਾਲਾ ਇਨਸਾਨ ਸੀਗਾ। ਉਹ ਪਰਮੇਸ਼ਵਰ ਦਾ ਸ਼ੁਕਰੀਆ ਅਦਾ ਕਰਨ ਵਾਲਾ ਇਨਸਾਨ ਸੀਗਾ। ਮੇਰੇ ਜਿਸ ਭਾਈ ਭੈਣੋ, ਕਈ ਵਾਰ ਜਦੋਂ ਸਾਡੇ ਉੱਤੇ ਪਰਮੇਸ਼ਵਰ ਆਪਣੇ ਭੇਤਾਂ ਨੂੰ ਪ੍ਰਗਟ ਕਰਦਾ ਆ, ਜਦੋਂ ਪਰਮੇਸ਼ਵਰ ਆਪਣੇ ਆਪ ਨੂੰ ਸਾਡੇ ਤੇ ਪ੍ਰਗਟ ਕਰਦਾ ਆ ਤੇ ਅਸੀਂ ਘਮੰਡ ਦੇ ਨਾਲ ਭਰ ਜਾਂਦੇ ਆ। ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਮਝਣ ਲੱਗ ਜਾਂਦੇ ਆ, ਹਾਂ ਸਾਡੇ ਉੱਤੇ ਪਰਮੇਸ਼ਵਰ ਨੇ ਕਿਰਪਾ ਕਰਕੇ ਸਾਨੂੰ ਇੱਦਾਂ ਕਰਤਾ, ਸਾਨੂੰ ਇੱਦਾਂ ਕਰਤਾ। ਲੇਕਿਨ ਮੇਰੇ ਜੀਸ ਭਾਈ ਭੈਣੋ, ਉਹ ਪਰਮੇਸ਼ਵਰ ਦਾ ਹਲੀਮ ਵਿਅਕਤੀ ਸੀਗਾ, ਉਹ ਪਰਮੇਸ਼ਵਰ ਦਾ ਸ਼ੁਕਰ ਕਰਨ ਵਾਲਾ ਵਿਅਕਤੀ ਸੀ। ਉਸਨੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਕਿ ਪਰਮੇਸ਼ਵਰ ਤੂੰ ਮੇਰੇ ਉੱਤੇ ਇਸ ਭੇਤ ਨੂੰ ਪ੍ਰਗਟ ਕੀਤਾ। ਮੇਰੇ ਜੀਸ ਭਾਈ ਭੈਣੋ, ਮੇਰੀ ਜਾਂ ਤੁਹਾਡੀ ਜਾਂ ਕਿਸੇ ਦੀ ਕੋਈ ਵੀ ਖੂਬੀ ਨਹੀਂ ਆ ਕਿ ਅਸੀਂ ਭੇਤਾਂ ਨੂੰ ਪ੍ਰਗਟ ਕਰ ਸਕੀਏ। ਮੇਰੇ ਜੀਸ ਭਾਈ ਭੈਣੋ, ਭੇਤਾਂ ਨੂੰ ਪ੍ਰਗਟ ਕਰਨ ਵਾਲਾ ਇੱਕੋ ਹੀ ਆ, ਜਿਹਦਾ ਨਾਮ ਯਿਸੂ ਆ। ਉਹੀ ਪਰਮੇਸ਼ਵਰ ਹੈ, ਉਹ ਅਲਫਾ ਤੇ ਓਮੇਗਾ, ਆਦਿ ਤੇ ਅੰਤ ਹੈ। ਇਸ ਕਰਕੇ ਮੇਰੇ ਜੀਸ ਭਾਈ ਭੈਣੋ, ਡੈਨੀਅਲ ਦੀ ਅਸੀਂ ਇਸ ਖੂਬੀ ਨੂੰ ਵੇਖਦੇ ਹਾਂ ਕਿ ਉਹਦੇ ਅੰਦਰ ਇੱਕ ਖੂਬੀ ਪਾਈ ਜਾਂਦੀ ਸੀ ਕਿ ਉਹ ਪਰਮੇਸ਼ਵਰ ਦਾ ਸ਼ੁਕਰ ਕਰਨ ਵਾਲਾ ਇਨਸਾਨ ਸੀਗਾ। ਸਾਡੀ ਜ਼ਿੰਦਗੀ ਦੇ ਵਿੱਚ ਵੀ ਪਰਮੇਸ਼ਵਰ ਦਾ ਸ਼ੁਕਰ ਹੋਣਾ ਚਾਹੀਦਾ। ਅਸੀਂ ਹਰ ਵੇਲੇ ਪਰਮੇਸ਼ਵਰ ਦਾ ਧੰਨਵਾਦ ਕਰਨਾ ਆ, ਹਰ ਵੇਲੇ ਪਰਮੇਸ਼ਵਰ ਦੇ ਵਿੱਚ ਬਣੇ ਰਹਿਣਾ ਆ ਮੇਰੇ ਜੀਸ ਭਾਈ ਭੈਣੋ, ਤਾਂ ਕਿ ਸ਼ੈਤਾਨ ਨੂੰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਮੌਕਾ
ਨਾ ਮਿਲ ਸਕੇ। ਜਦੋਂ ਸਾਡੇ ਅੰਦਰ ਮੇਰੇ ਜੀਸ ਭਾਈ ਭੈਣੋ ਕਮਾਂਡ ਆ ਜਾਂਦਾ ਆ ਤੇ ਉਦੋਂ ਸਾਡੀ ਗਿਰਾਵਟ ਸ਼ੁਰੂ ਹੋ ਜਾਂਦੀ ਆ। ਅਸੀਂ ਗਿਰਾਵਟ ਵਿੱਚ ਚਲੇ ਜਾਂਦੇ, ਅਸੀਂ ਕਦੀ ਵੀ ਘਮੰਡ ਵਿੱਚ ਨਹੀਂ ਜਾਣਾ। ਹਰ ਕੰਮ ਦੇ ਲਈ ਪਰਮੇਸ਼ਵਰ ਦਾ ਧੰਨਵਾਦ ਕਰਨਾ, ਕਿਉਂਕਿ ਬੁੱਧ ਤੇ ਗਿਆਨ ਦੇਣ ਵਾਲਾ ਪਰਮੇਸ਼ਵਰ ਆ। ਉਹੋ ਹੀ ਸਾਨੂੰ ਅਕਲ ਦਿੰਦਾ, ਉਹੋ ਹੀ ਸਾਨੂੰ ਬੁੱਧ ਦਿੰਦਾ, ਉਹੋ ਹੀ ਸਾਨੂੰ ਗਿਆਨ ਦਿੰਦਾ। ਮੇਰੇ ਜੀਸ ਭਾਈ ਭੈਣੋ ਉਹ ਤੋਂ ਬਿਨਾਂ ਅਸੀਂ ਕੁਛ ਵੀ ਨਹੀਂ ਆ। ਤੇ ਮੇਰੇ ਜੀਸ ਭਾਈ ਭੈਣੋ ਜਿਸ ਵਕਤ ਉਹਨਾਂ ਦੇ ਉੱਤੇ ਇਹ ਸਭ ਕੁਝ ਪ੍ਰਗਟ ਹੋ ਗਿਆ ਤੇ ਡੈਨੀਅਲ ਨੇ ਰਾਜੇ ਦੇ ਸਾਰੇ ਭੇਤਾਂ ਨੂੰ ਪ੍ਰਗਟ ਕਰ ਦਿੱਤਾ। ਜਦੋਂ ਉਸ ਨੇ ਉਹਦੇ ਸਾਰੇ ਭੇਤਾਂ ਨੂੰ ਦੱਸ ਦਿੱਤਾ ਪਰਮੇਸ਼ਵਰ ਦੇ ਨਾਮ ਦੇ ਵਿੱਚ, ਤਾਂ ਮੇਰੇ ਚੀਜ਼ ਭਾਈ ਭੈਣੋ 2:47 ਵਿੱਚ ਅਸੀਂ ਪੜ੍ਹਦੇ ਹਾਂ ਕਿ ਡੈਨੀਅਲ ਇੱਕ ਪ੍ਰਭਾਵਸ਼ਾਲੀ ਵਿਅਕਤੀ ਸੀਗਾ, ਕਿਉਂਕਿ ਡੈਨੀਅਲ ਦਾ ਪ੍ਰਭਾਵ ਜਿਹੜਾ ਰਾਜੇ ਦੇ ਉੱਤੇ ਪੈ ਗਿਆ। ਡੈਨੀਅਲ ਦੇ ਪ੍ਰਭਾਵ ਦੇ ਕਾਰਨ ਮੇਰੀ ਚੀਜ਼ ਭਾਈ ਭੈਣੋ ਪਰਮੇਸ਼ਵਰ ਦਾ ਪ੍ਰਭਾਵ ਰਾਜੇ ਦੇ ਉੱਤੇ ਚਲੇ ਗਿਆ। ਮੇਰੀ ਚੀਜ਼ ਭਾਈ ਭੈਣੋ ਪਰਮੇਸ਼ਵਰ ਸਾਨੂੰ ਮੁਸ਼ਕਿਲ ਵਿੱਚ ਕਿਉਂ ਪਾਉਂਦਾ, ਪਰਮੇਸ਼ਵਰ ਸਾਨੂੰ ਕਿਉਂ ਲੈ ਕੇ ਜਾਂਦਾ ਕਿਸੇ ਜਗ੍ਹਾ ਦੇ ਉੱਤੇ। ਅਸੀਂ ਸੋਚਦੇ ਹਾਂ ਕਿ ਅਸੀਂ ਇੱਥੇ ਇਕੱਲੇ ਹਾਂ, ਅਸੀਂ ਕੀ ਕਰਾਂਗੇ, ਸਾਨੂੰ ਬੋਲੀ ਨਹੀਂ ਆਉਂਦੀ, ਸਾਨੂੰ ਸਮਝ ਨਹੀਂ ਆਉਂਦੀ, ਲੇਕਿਨ ਪਰਮੇਸ਼ਵਰ ਦੀ ਕੁਛ ਨਾ ਕੁਛ ਯੋਜਨਾ ਸਾਡੇ ਜੀਵਨ ਵਿੱਚ ਹੁੰਦੀ ਆ। ਇਸ ਕਰਕੇ ਮੇਰੇ ਜੀਸ ਭਾਈ ਭੈਣੋ ਅਸੀਂ ਪਰਮੇਸ਼ਵਰ ਦੀ ਯੋਜਨਾ ਦੀ ਵੇਟ ਕਰਨੀ ਆ ਕਿ ਪਰਮੇਸ਼ਵਰ ਸਾਨੂੰ ਕਿਸ ਕੰਮ ਦੇ ਲਈ ਬੁਲਾ ਕੇ ਲੈ ਕੇ ਆਇਆ। ਅਗਰ ਡੈਨੀਅਲ ਉਸ ਜਗ੍ਹਾ ਤੇ ਨਾ ਹੁੰਦਾ ਤੇ ਮੇਰੇ ਜੀਸ ਭਾਈ ਭੈਣੋ ਉਹ ਰਾਜਾ ਪਰਮੇਸ਼ਵਰ ਦੀ ਮਹਿਮਾ ਨੂੰ ਨਹੀਂ ਵੇਖ ਸਕਦਾ ਸੀ, ਉਹ ਰਾਜਾ ਪਰਮੇਸ਼ਵਰ ਨੂੰ ਨਹੀਂ ਜਾਣ ਸਕਦਾ ਸੀਗਾ। ਮੇਰੇ ਜੀਸ ਭਾਈ ਭੈਣੋ ਜਦੋਂ ਅਸੀਂ 2:47 ਪੜ੍ਹਦੇ ਹਾਂ ਤਾਂ ਲਿਖਿਆ, ਰਾਜੇ ਨੇ ਡੈਨੀਅਲ ਨੂੰ ਆਖਿਆ, ਨਿਸੰਗ ਤੇਰਾ ਪਰਮੇਸ਼ਵਰ ਦੇਵਤਿਆਂ ਦਾ ਦੋਤਾ ਅਤੇ ਰਾਜਿਆਂ ਦਾ ਪ੍ਰਭੂ ਅਤੇ ਭੇਤ ਖੋਲਣ ਵਾਲਾ ਹੈ, ਕਿਉਂ ਜੋ ਤੂੰ ਇਸ ਭੇਤ ਨੂੰ ਖੋਲ ਸਕਿਆ। ਮੇਰੇ ਜੀਸ ਭਾਈ ਭੈਣੋ ਡੈਨੀਅਲ ਦੇ ਦੁਆਰਾ ਪਰਮੇਸ਼ਵਰ ਦੀ ਮਹਿਮਾ ਹੁੰਦੀ ਆ। ਮੇਰੇ ਜੀਸ ਭਾਈ ਭੈਣੋ ਸਾਡੇ ਜੀਵਨ ਦੇ ਦੁਆਰਾ ਵੀ ਪਰਮੇਸ਼ਵਰ ਦੀ ਮਹਿਮਾ ਹੋਣੀ ਚਾਹੀਦੀ ਹੈ। ਅਸੀਂ ਜਿਸ ਜਗ੍ਹਾ ਤੇ ਰਹਿ ਰਹੇ ਹਾਂ, ਜਿਸ ਘਰ ਵਿੱਚ ਰਹਿ ਰਹੇ ਹਾਂ, ਅਸੀਂ ਜਿਸ ਦੇਸ਼ ਵਿੱਚ ਰਹੇ ਹਾਂ, ਜਿਸ ਸ਼ਹਿਰ ਵਿੱਚ ਰਹੇ ਹਾਂ, ਜਿਸ ਜਗ੍ਹਾ ਤੇ ਅਸੀਂ ਡਿਊਟੀ ਕਰਦੇ ਹਾਂ, ਜਿਸ ਜਗ੍ਹਾ ਤੇ ਅਸੀਂ ਸਟੱਡੀ ਕਰਦੇ ਹਾਂ, ਜਿਸ ਵੀ ਜਗ੍ਹਾ ਤੇ ਅਸੀਂ ਹਾਂ, ਮੇਰੇ ਜੀਸ ਭਾਈ ਭੈਣੋ ਤੁਹਾਡੇ ਜੀਵਨ ਦੇ ਦੁਆਰਾ ਲੋਕ ਜਾਣਦੇ ਆ ਕਿ ਤੁਸੀਂ ਕਿਹੋ ਜਿਹੇ ਲੋਕ ਆ, ਤੁਸੀਂ ਕੌਣ ਆ। ਮੇਰੇ ਜੀਸ ਭਾਈ ਭੈਣੋ ਫਿਰ ਸਾਡੇ ਉੱਤੇ ਸਵਾਲ ਉੱਠਦਾ ਆ। ਉਸ ਵਕਤ ਮੇਰੇ ਜੀਸ ਭਾਈ ਭੈਣੋ ਮੌਕਾ ਹੁੰਦਾ ਇੱਕ ਕਿ ਸਾਨੂੰ ਦੱਸਣ ਦਾ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਲੋਕਾਂ। ਬਹੁਤ ਸਾਰੇ ਲੋਕ ਆਪਣੇ ਆਪ ਨੂੰ ਛੁਪਾ ਲੈਂਦੇ ਆ, ਲੇਕਿਨ ਮੇਰੇ ਜੀਸ ਭਾਈ ਭੈਣੋ ਸਾਨੂੰ ਪ੍ਰਭੂ ਨੂੰ ਛੁਪਾਉਣਾ ਨਹੀਂ ਚਾਹੀਦਾ। ਅਗਰ ਅਸੀਂ ਦੱਸ ਦਿੰਦੇ ਹਾਂ ਤਾਂ ਕੀ ਹੁੰਦਾ ਆ, ਪਰਮੇਸ਼ਵਰ ਦੀ ਮਹਿਮਾ ਲੋਕਾਂ ਵਿੱਚ ਪ੍ਰਗਟ ਹੁੰਦੀ ਆ। ਅਸੀਂ ਬਹੁਤ ਸਾਰੇ ਲੋਕਾਂ ਨੂੰ ਛੁਡਾਉਣ ਦੇ ਲਈ ਇੱਕ ਆਸ਼ੀਸ਼ ਦਾ ਕਾਰਨ ਬਣ ਸਕਦੇ ਹਾਂ। ਮੇਰੇ ਜੀਸ ਭਾਈ ਭੈਣੋ ਕਈ ਵਾਰ ਬਹੁਤ ਸਾਰੇ ਦੁਖੀ ਲਾਚਾਰ ਲੋਕ ਸਾਡੇ ਜੀਵਨ ਦੇ ਵਿੱਚ ਆ ਜਾਂਦੇ ਆ। ਉਹ ਕੀ ਹੁੰਦਾ ਕਿ ਉਹਨਾਂ ਨੂੰ ਬਹੁਤ ਮੁਸ਼ਕਿਲਾਂ ਵਿੱਚ ਹੁੰਦੇ ਆ, ਬਹੁਤ ਪਰੇਸ਼ਾਨੀਆਂ ਵਿੱਚ ਹੁੰਦੀ ਆ, ਲੇਕਿਨ ਜਦੋਂ ਸਾਡੇ ਕੋਲ ਆਉਂਦੇ ਉਹਨਾਂ ਨੂੰ ਸ਼ਾਂਤੀ ਮਿਲ ਜਾਂਦੀ ਆ, ਕਿਉਂਕਿ ਸਾਡੇ ਅੰਦਰ ਜੋ ਵਾਸ ਕਰਦਾ ਆ ਮੇਰੇ ਜੀਸ ਭਾਈ ਭੈਣੋ ਉਹ ਉਸ ਨਾਲੋਂ ਵੱਡਾ ਆ ਜੋ ਇਸ ਧਰਤੀ ਦੇ ਉੱਤੇ ਆ। ਤਾਂ ਕੀ ਹੁੰਦਾ ਕਿ ਜਦੋਂ ਲੋਕ ਸਾਨੂੰ ਮਿਲਦੇ ਆ ਉਹਨਾਂ ਦੇ ਅੰਦਰ ਸ਼ਾਂਤੀ ਹੁੰਦੀ ਆ, ਉਹਨਾਂ ਨੂੰ ਪ੍ਰੇਮ ਮਿਲ ਜਾਂਦਾ ਆ। ਤੇ ਜਦੋਂ ਅਸੀਂ ਪਰਮੇਸ਼ਵਰ ਦਾ ਪ੍ਰੇਮ ਲੋਕਾਂ ਵਿੱਚ ਵੰਡਦੇ ਆ ਤਾਂ ਮੇਰੇ ਜੀਸ ਭਾਈ ਭੈਣੋ ਪਰਮੇਸ਼ਵਰ ਦਾ ਨਾਮ ਉੱਚਾ ਹੁੰਦਾ ਆ। ਅਸੀਂ ਕੌਣ ਆ? ਅਸੀਂ ਕੁਝ ਵੀ ਲਈ ਨਹੀਂ ਆ। ਸਾਨੂੰ ਪਰਮੇਸ਼ਵਰ ਨੇ ਇਸ ਲਾਇਕ ਬਣਾਇਆ ਕਿ ਅਸੀਂ ਪਰਮੇਸ਼ਵਰ ਦੀ ਮਹਿਮਾ ਨੂੰ ਕਰ ਸਕੀਏ। ਤਾਂ ਮੇਰੀ ਜੀਸ ਭਾਈ ਭੈਣੋ ਅੱਗੇ ਅਸੀਂ ਜਦੋਂ ਪਰਮੇਸ਼ਵਰ ਦੇ ਵਚਨ ਵਿੱਚ ਵੇਖਦੇ ਹਾਂ ਕਿ ਪਰਮੇਸ਼ਵਰ ਕਿੰਨਾ ਮਹਾਨ ਤੇ ਸਾਮਰਥੀ ਪਰਮੇਸ਼ਵਰ ਹੈ। ਤੇ ਮੇਰੇ ਜੀਸ ਭਾਈ ਭੈਣੋ ਅਸੀਂ ਅੱਗੇ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਵੇਖਦੇ ਹਾਂ ਔਰ ਅਸੀਂ ਦੇਖਦੇ ਹਾਂ ਕਿ ਜਦੋਂ ਰਾਜਾ ਨਬੂਕਦਨੇਸਰ ਜਦੋਂ ਪਾਗਲ ਹੋ ਜਾਂਦਾ ਤੇ ਉਸ ਤੋਂ ਬਾਅਦ ਬੇਲਸ਼ੱਸਰ ਰਾਜੇ ਦਾ ਰਾਜ ਆ ਜਾਂਦਾ। ਤੇ ਮੇਰੇ ਜੀਸ ਭਾਈ ਭੈਣੋ ਉਸਨੇ ਕੀ ਕੀਤਾ, ਉਸਨੇ 1000 ਇਹਦੀ 5 ਅਧਿਆਇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਉਹਨੇ 1000 ਪ੍ਰਧਾਨਾਂ ਦੀ ਵੱਡੀ ਦੌਤ ਕੀਤੀ ਤੇ ਉਸ 1000 ਦੇ ਸਾਹਮਣੇ ਨਸ਼ਾ ਪੀਤਾ। ਮੇਰੇ ਜੀਸ ਭਾਈ ਭੈਣੋ ਲੇਕਿਨ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਅਸੀਂ ਇਸ ਨੂੰ ਤੁਸੀਂ ਆਪਣੀ ਬਾਈਬਲ ਦੇ ਅੰਦਰ 5 ਅਧਿਆਇ ਨੂੰ ਪੂਰਾ ਪੜ੍ਹਨਾ ਆ ਤੇ ਉੱਥੇ ਲਿਖਿਆ ਹੋਇਆ ਕਹਿੰਦਾ ਉਹਨੇ ਪਰਮੇਸ਼ਵਰ ਦੇ ਉਹਨਾਂ ਭਾਂਡਿਆਂ ਵਿੱਚ ਪੀਤੀ, ਨਸ਼ਾ ਕਰ ਲਿਆ ਜਿਹੜੇ ਭਾਂਡੇ ਉਹ ਪਰਮੇਸ਼ਵਰ ਦੇ ਘਰ ਵਿੱਚੋਂ ਲੈ ਕੇ ਆਏ ਸੀ। ਉਸ ਦੇ ਕਾਰਨ ਕੀ ਹੋਇਆ ਮੇਰੇ ਜੀਸ ਭਾਈ ਭੈਣੋ, ਉਸੇ ਘੜੀ ਕੀ ਹੋਇਆ, ਇਹਦੀ 5 ਅਧਿਆਇ ਵਿੱਚ ਲਿਖਿਆ ਕਹਿੰਦਾ ਉਸੇ ਘੜੀ ਵਿੱਚ ਮਨੁੱਖ ਦੇ ਹੱਥ ਦੀਆਂ ਉਂਗਲੀਆਂ ਪ੍ਰਗਟ ਹੋਈਆਂ ਅਤੇ ਉਹਨਾਂ ਨੇ ਸ਼ਮਾਦਾਨ ਦੇ ਅੱਗੇ ਰਾਜ ਦੇ ਮਹਿਲ ਦੀ ਚੂਨੇ ਗੱਚ ਕੰਧ ਉੱਤੇ ਲਿਖਿਆ ਅਤੇ ਰਾਜੇ ਨੇ ਹੱਥ ਦਾ ਉਹ ਹਿੱਸਾ ਜੋ ਲਿਖਦਾ ਸੀ ਵੇਖਿਆ। ਮੇਰੇ ਜੀਸ ਭਾਈ ਭੈਣੋ ਰਾਜੇ ਨੇ ਉਹ ਹੱਥ ਵੇਖਿਆ ਜਿਸ ਦੇ ਨਾਲ ਪਰਮੇਸ਼ਵਰ ਉਸ ਕੰਧ ਦੇ ਉੱਤੇ ਲਿਖ ਰਿਹਾ ਸੀ ਤਾਂ ਰਾਜੇ ਦੀ ਚਿੰਤਾ ਬਹੁਤ ਵੱਧ ਗਈ। ਮੇਰੇ ਜੀਸ ਭਾਈ ਭੈਣੋ ਜਦੋਂ ਉਹਦੀ ਚਿੰਤਾ ਵੱਧ ਗਈ ਤਾਂ ਕੀ ਹੋਇਆ, ਉਸ ਦੀ ਜਿਹੜੀ ਮਾਤਾ ਸੀਗੀ ਅਸੀਂ ਜਦੋਂ ਇਹਦੀ 10 ਅਧਿਆਇ ਵਿੱਚ ਪੜ੍ਹਦੇ ਹਾਂ ਤੇ ਉਹਦੀ ਮਾਤਾ ਨੇ ਉਸ ਨੂੰ ਦੱਸਿਆ, ਉਸ ਮਹਾਰਾਣੀ ਉਹ ਰਾਜੇ ਦੇ ਕੋਲ ਆਈ, ਉਸਨੇ ਦੱਸਿਆ ਕਿ ਤੇਰੇ ਪਿਤਾ ਦੇ ਸਮੇਂ ਵੀ ਇੱਕ
ਇਹਦੀ 11 ਆਇਤ ਵਿੱਚ ਲਿਖਿਆ ਕਹਿੰਦਾ ਅਤੇ ਨਾ ਤੇਰਾ ਚਿਹਰਾ ਬਦਲੇ, ਤੇਰੇ ਰਾਜ ਵਿੱਚ ਇੱਕ ਮਨੁੱਖ ਹੈ ਜਿਸ ਵਿੱਚ ਪਵਿੱਤਰ ਦੇਵਤਾਂ ਦਾ ਆਤਮਾ ਹੈ, ਅਤੇ ਤੇਰੇ ਪਿਤਾ ਦੇ ਦਿਨਾਂ ਵਿੱਚ ਚਾਨਣ ਤੇ ਸਮਝ ਤੇ ਬੁੱਧ ਦੇਵਤਾਂ ਦੀ ਬੁੱਧ ਵਰਗੀ ਉਸ ਵਿੱਚ ਪਾਈ ਜਾਂਦੀ ਸੀ, ਜਿਹਨੂੰ ਤੇਰੇ ਪਿਤਾ ਮਹਾਰਾਜਾ ਨਬੂਕਦਨਸਰ ਨੇ, ਹਾਂ ਤੇਰੇ ਪਿਤਾ ਮਹਾਰਾਜਾ ਨੇ ਜਾਦੂਗਰਾਂ, ਜੋਸਤੀਆਂ, ਕਸਦੀਆਂ ਤੇ ਅਗੰਮ ਗਿਆਨੀਆਂ ਦਾ ਸਰਦਾਰ ਬਣਾਇਆ ਹੋਇਆ ਸੀ। ਉਹਨੇ ਕਿਹਾ ਕਿ ਤੇਰੇ ਰਾਜ ਵਿੱਚ ਇੱਕ ਤੇਰੇ ਪਿਤਾ ਦੇ ਸਮੇਂ ਵਿੱਚ ਇੱਕ ਇਨਸਾਨ ਸੀਗਾ ਜਿਹਦੇ ਉੱਤੇ ਬੁੱਧ ਤੇ ਸਮਝ ਦਾ ਆਤਮਾ ਸੀ। ਪਰਮੇਸ਼ਰ ਨੇ ਉਹਨੂੰ ਸਾਰਿਆਂ ਦੇ ਉੱਤੇ ਕੀ ਬਣਾਇਆ ਹੋਇਆ ਸੀ? ਸਰਦਾਰ ਬਣਾਇਆ ਹੋਇਆ ਸੀਗਾ। ਤਾਂ ਅਸੀਂ 17 ਆਇਤ ਵਿੱਚ ਪੜ੍ਹਦੇ ਹਾਂ, 16 ਔਰ 17 ਵਿੱਚ ਲਿਖਿਆ ਹੋਇਆ 5 ਦੀ। ਮੇਰੇ ਚੀਜ਼ ਭਾਈ ਭੈਣੋ, ਕੀ ਹੋਇਆ ਕਿ ਜਿਸ ਵਕਤ ਰਾਜੇ ਨੂੰ ਇਸ ਗੱਲ ਦਾ ਪਤਾ ਲੱਗ ਗਿਆ, ਉਸਨੇ ਡੈਨੀਅਲ ਨੂੰ ਬੁਲਾਇਆ ਤੇ ਉਸਨੇ ਡੈਨੀਅਲ ਨੂੰ ਕਿਹਾ, ਕਹਿੰਦਾ ਕਿ ਮੈਂ ਤੈਨੂੰ ਕਿਰਮਚੀ ਰੰਗ ਦਾ ਚੋਗਾ ਪਹਿਨਾਇਆ ਜਾਏਗਾ ਤੇ ਤੇਰੇ ਗਲ ਵਿੱਚ ਸੋਨੇ ਦਾ ਕੈਂਠਾ ਪਾਇਆ ਜਾਵੇਗਾ ਅਤੇ ਰਾਜ ਵਿੱਚ ਤੂੰ ਤੀਜੇ ਦਰਜੇ ਦਾ ਬਣਾਇਆ ਜਾਵੇਗਾ। ਮੇਰੀ ਚੀਜ਼ ਭਾਈ ਭੈਣੋ, ਉਸਨੇ ਦਾਨੀਅਲ ਨੂੰ ਲਾਲਚ ਦਿੱਤਾ, ਲੇਕਿਨ ਦਾਨੀਅਲ ਦੀ ਜ਼ਿੰਦਗੀ ਦੇ ਵਿੱਚ ਅਸੀਂ ਵੇਖਦੇ ਹਾਂ, ਅਗਲੀ ਖੂਬੀ ਦਾਨੀਅਲ ਦੀ ਜ਼ਿੰਦਗੀ ਵਿੱਚ ਇਹ ਪਾਈ ਜਾਂਦੀ ਹੈ ਕਿ ਉਹ ਲਾਲਚੀ ਇਨਸਾਨ ਨਹੀਂ ਸੀਗਾ। ਇਹਦੀ 5 ਦੀ 17 ਵਿੱਚ ਜਦੋਂ ਅਸੀਂ ਪੜ੍ਹਦੇ ਤਾਂ ਲਿਖਿਆ, ਤਦ ਦਾਨੀਅਲ ਨੇ ਉੱਤਰ ਦੇ ਕੇ ਰਾਜੇ ਦੇ ਸਾਹਮਣੇ ਆਖਿਆ, ਤੇਰਾ ਇਨਾਮ ਤੇਰੇ ਕੋਲ ਹੀ ਰਹਿਣ ਅਤੇ ਆਪਣੀਆਂ ਦਾਤਾਂ ਕਿਸੇ ਹੋਰ ਨੂੰ ਦੇ, ਤਾਂ ਵੀ ਮੈਂ ਰਾਜੇ ਦੇ ਲਈ ਇਸ ਲਿਖਤ ਨੂੰ ਪੜ੍ਹਾਂਗਾ, ਉਸ ਦਾ ਅਰਥ ਦੱਸਾਂਗਾ। ਹਾਲੇਲੂਇਆ। ਕਿਉਂ ਕਹਿੰਦਾ ਅੱਗੇ 18 ਵਿੱਚ ਲਿਖਿਆ, ਹੇ ਰਾਜਾ, ਅਤ ਮਹਾਨ ਪਰਮੇਸ਼ਵਰ ਨੇ ਨਬੂਕਦਨਸਰ ਤੇਰੇ ਪਿਤਾ ਨੂੰ ਰਾਜ, ਬਜ਼ੁਰਗੀ, ਮਹਿਮਾ ਤੇ ਪ੍ਰਤਾਪ ਦਿੱਤਾ। ਮੇਰੀ ਚੀਜ਼ ਭਾਈ ਭੈਣੋ, ਦਾਨੀਅਲ ਦੇ ਅੰਦਰ ਲਾਲਚ ਨਹੀਂ ਸੀਗਾ। ਉਸਨੇ ਉਸ ਦਾ ਇਨਕਾਰ ਕਰ ਦਿੱਤਾ ਔਰ ਉਸਨੇ ਕਿਹਾ, ਤੂੰ ਮੈਨੂੰ ਇਹ ਚੀਜ਼ਾਂ ਨਾ ਵੀ ਦੇਂਗਾ ਤੇ ਮੈਂ ਕੀ ਕਰਾਂਗਾ ਤੇਰੇ ਲਈ, ਤੇਰੇ ਅੱਗੇ ਪਰਮੇਸ਼ਰ ਦੇ ਵਚਨ ਦੇ ਦੁਆਰਾ ਮੈਂ ਇਸ ਅਰਥ ਨੂੰ ਦੱਸਾਂਗਾ। ਮੇਰਾ ਪਰਮੇਸ਼ਰ ਰਾਜੇ ਦੇ ਲਈ ਮੈਂ ਇਸ ਭੇਤ ਨੂੰ ਜ਼ਰੂਰ ਦੱਸਾਂਗਾ, ਆਪਣੇ ਪਰਮੇਸ਼ਰ ਦੇ ਕੋਲੋਂ ਪੁੱਛ ਕੇ। ਮੇਰੇ ਜੀਸ ਭਾਈ ਭੈਣੋ, ਕਈ ਵਾਰ ਅਸੀਂ ਪਰਮੇਸ਼ਰ ਦੀ ਦਾਤ ਨੂੰ ਅਸੀਂ ਵੇਚ ਦਿੰਦੇ ਹਾਂ। ਪਰਮੇਸ਼ਰ ਦੀ ਦਾਤ ਨੂੰ ਸਾਨੂੰ ਵੇਚਣਾ ਨਹੀਂ ਚਾਹੀਦਾ, ਕਿਉਂਕਿ ਪਰਮੇਸ਼ਰ ਨੇ ਸਾਨੂੰ ਮੁਫਤ ਦਿੱਤਾ ਤੇ ਮੁਫਤ ਹੀ ਅਸੀਂ ਇਸ ਨੂੰ ਵੰਡਣਾ ਆ, ਕਿਉਂਕਿ ਯਿਸੂ ਮਸੀਹ ਨੇ ਆਪਣਾ ਲਹੂ ਸਾਡੇ ਲਈ ਬਹਾ ਦਿੱਤਾ। ਉਹਨੇ ਆਪਣੇ ਲਹੂ ਦੀ ਕੀਮਤ ਦਿੱਤੀ ਗਈ ਆ। ਤੇ ਮੇਰੇ ਜੀਸ ਭਾਈ ਭੈਣੋ, ਅਸੀਂ ਉਸ ਦੇ ਲਹੂ ਦੀ ਕੀਮਤ ਨੂੰ ਕਦੀ ਵੀ ਬੇਕਾਰ ਨਹੀਂ ਕਰਨਾ। ਮੇਰੇ ਜੀਸ ਭਾਈ ਭੈਣੋ, ਅਸੀਂ ਕਿਸੇ ਵੀ ਚੀਜ਼ ਦੇ ਲਈ ਲਾਲਚ ਨਹੀਂ ਕਰਨਾ। ਅਸੀਂ ਕਿਸੇ ਵੀ ਚੀਜ਼ ਦੇ ਲਈ ਕਦੇ ਵੀ ਮੇਰੇ ਜੀਸ ਭਾਈ ਭੈਣੋ ਪਰਮੇਸ਼ਰ ਨੂੰ ਸ਼ਰਮਿੰਦਿਆ ਨਹੀਂ ਹੋਣ ਦੇਣਾ, ਚਾਹੇ ਕਿੰਨਾ ਵੀ ਲਾਲਚ ਸਾਡੇ ਸਾਹਮਣੇ ਕੋਈ ਲੈ ਕੇ ਆਵੇ, ਕਿਉਂਕਿ ਅਸੀਂ ਬਕਾਊ ਨਹੀਂ ਆ। ਅਸੀਂ ਪਰਮੇਸ਼ਰ ਦੇ ਲੋਕ ਆ। ਅਸੀਂ ਪਰਮੇਸ਼ਰ ਦੇ ਡਰ ਤੇ ਭੈ ਵਿੱਚ ਜੀਣ ਵਾਲੇ ਲੋਕ ਆ। ਕਹਿੰਦਾ ਸਰਾਫਤ ਆ ਉਹ ਮਰਦ ਜਿਹਦਾ ਭਰੋਸਾ ਇਨਸਾਨ ਦੇ ਉੱਤੇ ਆ। ਸਾਡਾ ਮੁਬਾਰਕ ਆ ਉਹ ਜਿਹਦਾ ਭਰੋਸਾ ਪਰਮੇਸ਼ਰ ਦੇ ਉੱਤੇ ਆ। ਸਾਡਾ ਪਰਮੇਸ਼ਰ ਦੇ ਉੱਤੇ ਭਰੋਸਾ ਹੋਣਾ ਚਾਹੀਦਾ ਆ, ਜਿਸ ਤਰ੍ਹਾਂ ਡੈਨੀਅਲ ਦਾ ਪਰਮੇਸ਼ਰ ਦੇ ਉੱਤੇ ਭਰੋਸਾ ਸੀਗਾ। ਕਿਉਂਕਿ ਪਰਮੇਸ਼ਰ ਦਾ ਵਚਨ ਸਾਨੂੰ ਸਿਖਾਉਂਦਾ, ਨਾ ਤੁਸੀਂ ਖਾਣ ਦੀ, ਨਾ ਪੀਣ ਦੀ, ਨਾ ਪਹਿਨਣ ਦੀ, ਕਿਸੇ ਵੀ ਚੀਜ਼ ਦੀ ਚਿੰਤਾ ਨਾ ਕਰੋ, ਕਿਉਂਕਿ ਪਰਮੇਸ਼ਰ ਸਾਡਾ ਜਾਣਦਾ ਹੈ ਕਿ ਅਸੀਂ ਕੀ ਪਾਵਾਂਗੇ, ਕੀ ਪਹਿਨਾਂਗੇ, ਕੀ ਖਾਵਾਂਗੇ, ਕਿਉਂਕਿ ਸਾਡਾ ਪਰਮੇਸ਼ਰ ਸਾਡੇ ਲਈ ਰਕਸ਼ਾ ਕਰਨ ਵਾਲਾ ਪਰਮੇਸ਼ਰ ਹੈ। ਮੇਰੀ ਚੀਜ਼ ਭਾਈ ਭੈਣੋ, ਜਦੋਂ ਅਸੀਂ ਏਲੀਆ ਦੀ ਜ਼ਿੰਦਗੀ ਨੂੰ ਵੇਖਦੇ ਹਾਂ ਤੇ ਏਲੀਆ ਨੂੰ ਪਰਮੇਸ਼ਰ ਨੇ ਕਾਂ ਦੇ ਦੁਆਰਾ, ਮੇਰੇ ਚੀਜ਼ ਭਾਈ ਭੈਣੋ, ਉਹਦੀ ਪ੍ਰਿਤਪਾਲ ਕਰਦਾ ਰਿਹਾ। ਸਾਡਾ ਪਰਮੇਸ਼ਰ ਵੀ ਸਾਡੇ ਲਈ ਕਰਨ ਦੀ ਸਾਮਰਥ ਰੱਖਦਾ ਆ। ਆਪ ਕਿਸੇ ਵੀ ਜਗ੍ਹਾ ਤੇ ਹੋਵੋ, ਕਿਸੇ ਅਣਜਾਣ ਜਗ੍ਹਾ ਤੇ ਹੋਵੋ, ਪਰੇਸ਼ਾਨੀ ਵਿੱਚ ਹੋਵੋ, ਦੁੱਖ ਵਿੱਚ ਹੋਵੋ, ਚਾਹੇ ਤੁਹਾਡੇ ਕੋਲ ਪੈਸੇ ਦੀ ਕਮੀ ਆ, ਚਾਹੇ ਤੁਹਾਡੇ ਕੋਲ ਕੱਪੜੇ ਦੀ ਕਮੀ ਆ, ਜੇ ਕਿਸੇ ਵੀ ਚੀਜ਼ ਦੀ ਕਮੀ ਆ, ਤੇ ਮੇਰੀ ਚੀਜ਼ ਭਾਈ ਭੈਣੋ, ਤੁਸੀਂ ਕਦੀ ਵੀ ਉਦਾਸ ਨਹੀਂ ਹੋਣਾ। ਸਿਰਫ ਆਪਣੀਆਂ ਪ੍ਰਾਰਥਨਾਵਾਂ ਆਪਣੇ ਪਰਮੇਸ਼ਰ ਦੇ ਅੱਗੇ ਲੈ ਕੇ ਜਾਣੀਆਂ ਔਰ ਸਾਡਾ ਪਰਮੇਸ਼ਰ ਸਾਡੇ ਲਈ ਸਾਰੇ ਇੰਤਜ਼ਾਮ ਕਰਨ ਦੀ ਸਾਮਰਥ ਰੱਖਦਾ ਆ। ਤਾਂ ਮੇਰੇ ਜੀਸ ਭਾਈ ਭੈਣੋ, ਜਦੋਂ ਕੀ ਹੋਇਆ, ਜਦੋਂ ਡੈਨੀਅਲ ਦੇ ਉੱਤੇ ਪਰਮੇਸ਼ਰ ਨੇ ਆਪਣਾ ਭੇਤ ਪ੍ਰਗਟ ਕਰ ਦਿੱਤਾ, ਤੇ ਮੇਰੇ ਜੀਸ ਭਾਈ ਭੈਣੋ, ਡੈਨੀਅਲ ਨੂੰ ਉਸ ਰਾਜੇ ਨੇ ਕੀ ਕੀਤਾ, ਇਹਦੀ 29 ਆਇਤ ਵਿੱਚ ਲਿਖਿਆ, ਤਦ ਬੇਲਸ਼ੱਸਰ ਨੇ ਆਗਿਆ ਦਿੱਤੀ ਅਤੇ ਉਹਨਾਂ ਨੇ ਦਾਨੀਅਲ ਨੂੰ ਕਿਰਮਚੀ ਚੋਗਾ ਪਹਿਨਾਇਆ ਅਤੇ ਸੋਨੇ ਦਾ ਕੈਂਠਾ ਦੇ ਗਲ ਵਿੱਚ ਪਾਇਆ ਤੇ ਉਸ ਦੇ ਲਈ ਟੰਡੋਰਾ ਫਿਰਾਇਆ ਪਈ। ਉਹ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣ ਗਿਆ। ਮੇਰੇ ਜੀਸ ਭਾਈ ਭੈਣੋ, ਡੈਨੀਅਲ ਦਾ ਪਰਮੇਸ਼ਰ ਦੇ ਵਚਨ ਨੂੰ ਮੰਨਣ ਦੇ ਕਾਰਨ ਕੀ ਹੋਇਆ, ਡੈਨੀਅਲ ਉਸ ਜਗ੍ਹਾ ਵਿੱਚ ਗੁਲਾਮੀ ਵਿੱਚ ਗਿਆ ਸੀਗਾ। ਅਸੀਂ ਸੋਚ ਸਕਦੇ ਹਾਂ ਜਦੋਂ ਅਸੀਂ ਗੁਲਾਮੀ ਵਿੱਚ ਆ ਤਾਂ ਅਸੀਂ ਰਾਜੇ ਕਿਸ ਤਰ੍ਹਾਂ ਬਣ ਸਕਦੇ ਹਾਂ, ਲੇਕਿਨ ਮੇਰੇ ਜੀਸ ਭਾਈ ਭੈਣੋ, ਉਹ ਰਾਜਿਆਂ ਦਾ ਰਾਜਾ ਪਰਮੇਸ਼ਰ ਹੈ। ਉਹ ਸਾਨੂੰ ਕੀ ਕਰਦਾ ਆ, ਉਹ ਸਾਨੂੰ ਰੂੜੀ ਤੋਂ ਚੱਕ ਕੇ ਮਹਿਲਾਂ ਵਿੱਚ ਬਿਠਾਉਣ ਵਾਲਾ ਪਰਮੇਸ਼ਰ ਆ। ਉਹ ਕੰਗਾਲ ਨੂੰ ਕਹਿੰਦਾ ਰੂੜੀ ਤੋਂ ਚੱਕਣ ਵਾਲਾ ਪਰਮੇਸ਼ਰ ਹੈ। ਮੇਰੇ ਜੀਸ ਭਾਈ ਭੈਣੋ, ਉਹ ਸਾਨੂੰ ਪਤਵੰਤਿਆਂ ਵਿੱਚ ਬਿਠਾਉਣ ਵਾਲਾ ਪਰਮੇਸ਼ਰ ਆ। ਉਹਦੀ ਦਇਆ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ। ਉਹ ਡੈਨੀਅਲ ਦੇ ਉੱਤੇ ਪਰਮੇਸ਼ਰ ਦੀ ਦਇਆ ਸੀਗੀ। ਅਗਰ ਅਸੀਂ ਮੇਰੇ ਜੀਸ ਭਾਈ ਭੈਣੋ ਅੱਗੇ ਵਧਣਾ ਚਾਹੁੰਦੇ ਹਾਂ, ਅਗਰ
ਅਸੀਂ ਪਰਮੇਸ਼ਵਰ ਦੇ ਨਾਮ ਨੂੰ ਉੱਚਾ ਕਰਨਾ ਚਾਹੁੰਦੇ ਹਾਂ ਤਾਂ ਮੇਰੇ ਜੀਸ ਭਾਈ ਭੈਣੋ ਪਰਮੇਸ਼ਵਰ ਦਾ ਨਾਮ ਸਾਡੇ ਜੀਵਨ ਦੇ ਦੁਆਰਾ ਉੱਚਾ ਹੋਵੇਗਾ। ਇਸ ਦੇ ਨਾਲ ਕੀ ਹੋਇਆ ਮੇਰੇ ਜੀਸ ਭਾਈ ਭੈਣੋ, ਡੈਨੀਅਲ ਨੂੰ ਵੀ ਪਰਮੇਸ਼ਵਰ ਨੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ ਔਰ ਰਾਜੇ ਦੇ ਉੱਤੇ ਵੀ ਪਰਮੇਸ਼ਵਰ ਦਾ ਪ੍ਰਭਾਵ ਪਿਆ। ਉਹ ਜਾਣ ਗਿਆ ਕਿ ਇਸਰਾਇਲ ਦਾ ਪਰਮੇਸ਼ਵਰ ਕੌਣ ਆ। ਉਸ ਨੂੰ ਪਤਾ ਲੱਗ ਗਿਆ ਕਿ ਇਸਰਾਇਲ ਦਾ ਪਰਮੇਸ਼ਵਰ ਇੱਕ ਜਿੰਦਾ ਪਰਮੇਸ਼ਵਰ ਹੈ। ਮੇਰੇ ਜੀਸ ਭਾਈ ਭੈਣੋ, ਸਾਡੇ ਦੁਆਰਾ ਪਰਮੇਸ਼ਵਰ ਦੀ ਸਾਮਰਥ ਪ੍ਰਗਟ ਹੁੰਦੀ ਹੈ। ਸਾਡੇ ਟੈਸਟ ਜੋ ਹੁੰਦੇ ਆ ਉਹ ਸਾਡੀਆਂ ਟੈਸਟਮਨੀਆਂ ਬਣ ਜਾਂਦੀਆਂ। ਤੇ ਮੇਰੇ ਜੀਸ ਭਾਈ ਭੈਣੋ, ਜਿਸ ਵਕਤ ਅਸੀਂ ਅੱਗੇ ਵੇਖਦੇ ਹਾਂ 6 ਅਧਿਆਇ ਵਿੱਚ, ਡੈਨੀਅਲ ਦੀ 6 ਦੇ ਅਧਿਆਇ ਵਿੱਚ ਅਸੀਂ ਜਦੋਂ ਅੱਗੇ ਵੇਖਦੇ ਹਾਂ ਕਿ ਉਹ ਲੋਕ ਜਿਹੜੇ ਸੀ ਉਸ ਜਗ੍ਹਾ ਦੇ ਉੱਤੇ ਜੋ ਮਨਸਬਦਾਰ ਠਹਿਰਾਏ ਹੋਏ ਸੀਗੇ, ਉਹਨਾਂ ਦੇ ਅੰਦਰ ਡੈਨੀਅਲ ਦੇ ਲਈ ਨਫ਼ਰਤ ਆ ਗਈ। ਮੇਰੇ ਜੀਸ ਭਾਈ ਭੈਣੋ, ਜਦੋਂ ਤੁਸੀਂ ਅੱਗੇ ਵਧੋਗੇ ਤੁਹਾਡੇ ਉੱਤੇ ਅਭਿਸ਼ੇਕ ਹੋਵੇਗਾ, ਤੁਹਾਨੂੰ ਇਹੋ ਜਿਹੇ ਲੋਕ ਵੀ ਮਿਲਣਗੇ ਜੋ ਤੁਹਾਨੂੰ ਜੈਲਸੀ ਕਰਨ ਵਾਲੇ ਹੋਣਗੇ। ਅਗਰ ਤੁਸੀਂ ਪਰਮੇਸ਼ਵਰ ਦੀ ਆਸ਼ੀਸ਼ ਪਾਉਣਾ ਚਾਹੁੰਦੇ ਹੋ, ਅਗਰ ਪਰਮੇਸ਼ਵਰ ਦੀ ਬਲੈਸਿੰਗ ਪਾਉਣਾ ਚਾਹੁੰਦੇ ਹੋ ਤਾਂ ਮੇਰੇ ਜੀਸ ਭਾਈ ਭੈਣੋ ਤੁਸੀਂ ਲੋਕਾਂ ਦੀ ਜੈਲਸੀ ਸਹਿਣੀ ਸਿੱਖ ਲਓ। ਮੇਰੇ ਜੀਸ ਭਾਈ ਭੈਣੋ, ਤੁਹਾਡੇ ਉੱਤੇ ਲੋਕਾਂ ਦਾ ਕੋਈ ਵੀ ਅਸਰ ਨਹੀਂ ਹੋਣਾ ਚਾਹੀਦਾ। ਤੁਸੀਂ ਸਿੱਧੇ ਮਨ ਦੇ ਨਾਲ ਚੱਲਦੇ ਜਾਓ। ਮੇਰੇ ਜੀਸ ਭਾਈ ਭੈਣੋ, ਉਹਨਾਂ ਨੇ ਵੇਖਿਆ ਕਿ ਅਸੀਂ ਡੈਨੀਅਲ ਨੂੰ ਕਿਸੇ ਵੀ ਕੰਮ ਦੇ ਵਿੱਚ ਦੋਸ਼ੀ ਨਹੀਂ ਬਣਾ ਸਕਦੇ, ਕਿਉਂਕਿ ਡੈਨੀਅਲ ਦੇ ਵਿੱਚ ਸਿਰਫ ਇੱਕ ਹੀ ਗੱਲ ਸੀ। ਉਹਨਾਂ ਨੇ ਇਹਦੀ 5 ਅਧ ਵਿੱਚ ਲਿਖਿਆ ਤਾਂ ਉਹਨਾਂ ਮਨੁੱਖਾਂ ਨੇ ਆਖਿਆ ਕਿ ਅਸੀਂ ਇਸ ਡੈਨੀਅਲ ਨੂੰ ਉਹਦੇ ਪਰਮੇਸ਼ਵਰ ਦੀ ਵਿਵਸਥਾ ਦੇ ਬਿਨਾਂ ਹੋਰ ਕਿਸੇ ਗੱਲ ਵਿੱਚ ਦੋਸ਼ੀ ਨਾ ਲੱਭਾਂਗੇ। ਮੇਰੇ ਜੀਸ ਭਾਈ ਭੈਣੋ, ਸਿਰਫ ਵਿਵਸਥਾ ਦੇ ਵਿੱਚ ਕਹਿੰਦਾ ਸੀ ਇਹਨੂੰ ਦੋਸ਼ੀ ਠਹਿਰਾ ਸਕਦੇ ਆ, ਡੈਨੀਅਲ ਦੇ ਅੰਦਰ ਹੋਰ ਕੋਈ ਵੀ ਕਮੀ ਨਹੀਂ ਸੀ। ਤਾਂ ਮੇਰੇ ਜੀਸ ਭਾਈ ਭੈਣੋ, ਉਹਨਾਂ ਨੇ ਰਾਜੇ ਨੂੰ ਜਾ ਕੇ ਉਕਸਾਇਆ ਔਰ ਰਾਜੇ ਨੂੰ ਉਹਨਾਂ ਨੇ ਕਿਹਾ ਕਿ 30 ਦਿਨਾਂ ਤੱਕ ਕੀ ਹੋਵੇ ਕਿ ਇੱਕ ਕਾਨੂੰਨ ਬਣਾਇਆ ਜਾਵੇ ਕਿ ਤੇਰੇ ਤੋਂ ਬਿਨਾਂ ਕੋਈ ਵੀ ਕਿਸੇ ਦੇਵਤੇ ਨੂੰ ਜਾਂ ਕਿਸੇ ਦੀ ਵੀ ਉਪਾਸਨਾ ਨਾ ਕਰ ਸਕੇ, ਸਿਰਫ ਤੈਨੂੰ ਹੀ ਸਿਜਦਾ ਕਰ। ਤਾਂ ਰਾਜੇ ਨੇ ਮੇਰੇ ਜੀਸ ਭਾਈ ਭੈਣੋ ਇਸ ਲਿਖਤ ਉੱਤੇ ਸਹੀ ਪਾ ਦਿੱਤੀ। ਜਦੋਂ ਡੈਨੀਅਲ ਨੂੰ ਇਸ ਗੱਲ ਦਾ ਪਤਾ ਲੱਗਾ, ਮੇਰੇ ਜੀਸ ਭਾਈ ਭੈਣੋ, ਅਸੀਂ ਇਹਦੀ 6 ਦੀ 10 ਪੜ੍ਹਦੇ ਹਾਂ, ਲਿਖਿਆ ਜਦ ਡੈਨੀਅਲ ਨੂੰ ਮਾਲੂਮ ਹੋਇਆ ਕਿ ਉਸ ਲਿਖਤ ਉੱਤੇ ਸਹੀ ਪੈ ਗਈ ਆ ਤਾਂ ਉਹ ਆਪਣੇ ਘਰ ਵਿੱਚ ਆਇਆ ਤੇ ਆਪਣੀ ਕੋਠੜੀ ਦੀ ਬਾਰੀ ਖੋਲ੍ਹ ਕੇ ਜਿਹੜੀ ਯਰੂਸ਼ਲਮ ਵੱਲ ਸੀ ਅਤੇ ਦਿਨ ਵਿੱਚ 3 ਵਾਰੀ ਗੋਡੇ ਨਵਾ ਕੇ ਪਰਮੇਸ਼ਵਰ ਦੇ ਸਾਹਮਣੇ ਜਿਵੇਂ ਅੱਗੇ ਕਰਦਾ ਸੀ ਬੇਨਤੀ ਕੀਤੀ ਅਤੇ ਸ਼ੁਕਰ ਮਨਾਇਆ। ਮੇਰੇ ਜੀਸ ਭਾਈ ਭੈਣੋ, ਡੈਨੀਅਲ ਦੀ ਜ਼ਿੰਦਗੀ ਵਿੱਚ ਦੇਖਦੇ ਹਾਂ ਕਿ ਡੈਨੀਅਲ ਪ੍ਰਾਰਥਨਾ ਕਰਨ ਵਾਲਾ ਇਨਸਾਨ ਸੀ। ਉਹ ਦਿਨ ਵਿੱਚ 3 ਵਾਰ ਪ੍ਰਾਰਥਨਾ ਕਰਦਾ ਸੀ। ਉਸ ਨੂੰ ਪਤਾ ਲੱਗ ਗਿਆ ਸੀ ਇਸ ਗੱਲ ਉੱਤੇ ਸਹੀ ਪੈ ਚੁੱਕੀ ਹੈ, ਲੇਕਿਨ ਉਹ ਡਰਿਆ ਨਹੀਂ। ਮੇਰੇ ਜੀਸ ਭਾਈ ਭੈਣੋ, ਉਹਨੇ ਕੀ ਕੀਤਾ? ਉਹਨੇ ਉਸੇ ਤਰ੍ਹਾਂ ਹੀ ਕੀਤਾ ਜਿਸ ਤਰ੍ਹਾਂ ਪਹਿਲਾਂ ਕਰਦਾ ਸੀ। ਉਹਨੇ ਪਰਮੇਸ਼ਵਰ ਦੇ ਅੱਗੇ ਗੋਡੇ ਨਵਾਏ ਔਰ ਪ੍ਰਾਰਥਨਾ ਕੀਤੀ। 3 ਟਾਈਮ ਪ੍ਰਾਰਥਨਾ ਕੀਤੀ। ਜਦੋਂ ਉਹਨਾਂ ਲੋਕਾਂ ਨੇ ਵੇਖਿਆ ਮੇਰੇ ਜੀਸ ਭਾਈ ਭੈਣੋ ਕਿ ਡੈਨੀਅਲ ਨੇ ਆਪਣੇ ਪਰਮੇਸ਼ਵਰ ਦੇ ਵਿੱਚ ਪੱਕਾ ਆ, ਤੇ ਕੀ ਹੋਇਆ? ਉਹ ਰਾਜੇ ਦੇ ਕੋਲ ਚਲ ਗਏ। ਉਹਨਾਂ ਨੇ ਰਾਜੇ ਕੋਲ ਜਾ ਕੇ ਉਹਦੇ ਉੱਤੇ ਦੋਸ਼ ਲਾਇਆ। ਮੇਰੇ ਜੀਸ ਭਾਈ ਭੈਣੋ, ਅਸੀਂ ਇਹਦੇ ਅੱਗੇ ਜਦੋਂ ਅਸੀਂ ਪੜ੍ਹਦੇ ਹਾਂ ਤੇ ਲਿਖਿਆ ਆ, ਕਹਿੰਦਾ ਕਿ ਰਾਜਾ ਉਹਨੂੰ ਸੂਰਜ ਅਸਤ ਤੱਕ ਬਚਾਉਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਉਹਦਾ ਕੁਝ ਵੀ ਵਸ ਨਹੀਂ ਚੱਲਿਆ। ਲੇਕਿਨ ਕੀ ਹੋਇਆ? ਅੰਤ ਵਿੱਚ ਰਾਜੇ ਨੇ ਉਹ ਸਹੀ ਪਾਈ ਹੋਈ ਸੀਗੀ, ਇਸੇ ਕਰਕੇ ਰਾਜੇ ਨੂੰ ਹੁਕਮ ਦੇਣਾ ਪਿਆ ਕਿ ਡੈਨੀਅਲ ਨੂੰ ਸ਼ੇਰਾਂ ਦੇ ਘੁਰੇ ਵਿੱਚ ਸੁੱਟਿਆ ਜਾਵੇ। ਤੇ ਮੇਰੇ ਜੀਸ ਭਾਈ ਭੈਣੋ, ਜਿਸ ਵਕਤ ਡੈਨੀਅਲ ਨੂੰ ਇਹਦੀ 16 ਵਿੱਚ ਪੜ੍ਹਦੇ ਹਾਂ, 6 ਦੀ 16 ਵਿੱਚ ਲਿਖਿਆ, ਤਾਂ ਰਾਜੇ ਨੇ ਆਗਿਆ ਕੀਤੀ ਅਤੇ ਉਹ ਡੈਨੀਅਲ ਨੂੰ ਲੈ ਆਏ ਅਤੇ ਉਸ ਨੂੰ ਸ਼ੇਰਾਂ ਦੇ ਘੁਰੇ ਵਿੱਚ ਸੁੱਟ ਦਿੱਤਾ। ਪਰ ਰਾਜੇ ਨੇ ਡੈਨੀਅਲ ਨੂੰ ਆਖਿਆ ਸੀ, ਤੇਰਾ ਪਰਮੇਸ਼ਵਰ ਜਿਹਦੀ ਉਪਾਸਨਾ ਤੂੰ ਸਦਾ ਕਰਦਾ ਉਹ ਤੈਨੂੰ ਛੁਡਾਏਗਾ। ਮੇਰੇ ਜੀਸ ਭਾਈ ਭੈਣੋ, ਅਸੀਂ ਵੇਖਦੇ ਹਾਂ ਕਿ ਡੈਨੀਅਲ ਦਾ ਪਰਮੇਸ਼ਵਰ ਦੇ ਉੱਤੇ ਭਰੋਸਾ ਹੋਣ ਦੇ ਕਾਰਨ ਰਾਜੇ ਦਾ ਵੀ ਭਰੋਸਾ ਪਰਮੇਸ਼ਵਰ ਦੇ ਉੱਤੇ ਅਟਲ ਸੀਗਾ। ਉਸਨੇ ਕਿਹਾ, ਉਹ ਪਰਮੇਸ਼ਵਰ ਜਿਹਦੀ ਤੂੰ ਦਿਨ ਰਾਤ ਉਪਾਸਨਾ ਕਰਦਾ ਉਹ ਤੈਨੂੰ ਛਡਾਉਣ ਦੀ ਸਾਮਰਥ ਰੱਖਦਾ। ਤੇ ਮੇਰੇ ਜੀਸ ਭਾਈ ਭੈਣੋ, ਡੈਨੀਅਲ ਦੇ ਲਈ ਰਾਜੇ ਨੇ ਵਰਤ ਰੱਖਿਆ। ਰਾਤ ਉਸਨੇ ਵਰਤ ਰੱਖਿਆ ਔਰ ਮੇਰੇ ਜੀਸ ਭਾਈ ਭੈਣੋ, ਉਹ ਸਾਰੀ ਰਾਤ ਇਹੀ ਪ੍ਰਾਰਥਨਾ ਕਰਦਾ ਰਿਹਾ ਕਿ ਪਰਮੇਸ਼ਵਰ ਤੂੰ ਉਹਦੀ ਮਦਦ ਕਰ, ਕਿਉਂਕਿ ਇਹੀ ਇਨਸਾਨ ਦੀ ਅੰਦਰ ਇੱਕ ਖੂਬੀ ਹੈ। ਮੇਰੇ ਜੀਸ ਭਾਈ ਭੈਣੋ, ਸਾਡਾ ਪ੍ਰਭਾਵ ਜਦੋਂ ਦੂਸਰੇ ਲੋਕਾਂ ਦੇ ਉੱਤੇ ਪੈਂਦਾ ਤਾਂ ਦੂਸਰੇ ਲੋਕਾਂ ਦੇ ਉੱਤੇ ਪਰਮੇਸ਼ਵਰ ਦਾ ਪ੍ਰਭਾਵ ਪੈਂਦਾ ਤਾਂ ਉਹ ਸਾਡੇ ਪਰਮੇਸ਼ਵਰ ਨੂੰ ਦੀ ਕਦਰ ਕਰਦੇ ਆ, ਉਹਦੀ ਇੱਜ਼ਤ ਕਰਦੇ ਆ, ਉਹਦੀ ਰਿਸਪੈਕਟ ਕਰਦੇ ਤੇ ਉਹਦੇ ਅੱਗੇ ਝੁਕ ਜਾਂਦੇ ਆ। ਮੇਰੇ ਜੀਸ ਭਾਈ ਭੈਣੋ, ਕਈ ਵਾਰ ਸਾਡਾ ਮਸੀਹ ਲੋਕਾਂ ਦਾ ਵੀ ਇਹੋ ਜਿਹਾ ਵਿਸ਼ਵਾਸ ਨਹੀਂ ਹੁੰਦਾ ਕਿ ਸ਼ੇਰਾਂ ਦੇ ਘੁਰੇ ਦੇ ਵਿੱਚ ਇਨਸਾਨ ਸਿੱਟਿਆ ਜਾ ਰਿਹਾ ਹੈ ਤੇ ਉਹਨੂੰ ਸ਼ੇਰ ਕਿੱਦਾਂ, ਭੁੱਖੇ ਸ਼ੇਰ ਤਾਂ ਬੰਦੇ ਨੂੰ ਉੱਦਾਂ ਹੀ ਨਹੀਂ ਛੱਡਦੇ, ਤੇ ਡੈਨੀਅਲ ਨੂੰ ਕਿੱਦਾਂ ਛੱਡ ਸਕਦੇ ਆ?
ਲੇਕਿਨ ਰਾਜੇ ਦੇ ਅੰਦਰ ਖੂਬੀ ਸੀਗੀ। ਮੇਰੇ ਜੀਸ ਭਾਈ ਭੈਣੋ, ਸਾਡੀ ਜ਼ਿੰਦਗੀ ਦੇ ਵਿੱਚ ਵੀ ਇਹੋ ਜਿਹਾ ਕਈ ਵਾਰ ਵਾਪਰਦਾ ਆ ਕਿ ਦੂਸਰੇ ਲੋਕ ਜਿਹੜੇ ਮਸੀਹ ਤੋਂ ਦੂਰ ਆ, ਉਹ ਵੀ ਲੋਕਾਂ ਦਾ ਅੰਦਰ ਇੰਨਾ ਵਿਸ਼ਵਾਸ ਹੋ ਜਾਂਦਾ ਕਿ ਉਹ ਪਰਮੇਸ਼ਵਰ ਦੇ ਕੰਮਾਂ ਨੂੰ ਵੇਖਦੇ ਆ ਤੇ ਉਹਨਾਂ ਦੇ ਅੰਦਰ ਇੱਕ ਟਲ ਭਰੋਸਾ ਆ ਜਾਂਦਾ ਕਿ ਉਹਨਾਂ ਦਾ ਪਰਮੇਸ਼ਵਰ ਉਹਨਾਂ ਨੂੰ ਛਡਾਉਣ ਦੀ ਸਾਮਰਥ ਰੱਖਦਾ, ਕਿ ਜਿਹੜਾ ਭਰੋਸਾ ਸਾਡੇ ਵਿਸ਼ਵਾਸੀਆਂ ਦੇ ਅੰਦਰ ਹੋਣਾ ਚਾਹੀਦਾ ਕਿ ਸਾਡਾ ਪਰਮੇਸ਼ਵਰ ਸਾਨੂੰ ਮੁਸ਼ਕਲਾਂ ਤੋਂ ਬਚਾ ਸਕਦਾ, ਸਾਡਾ ਪਰਮੇਸ਼ਵਰ ਸਾਨੂੰ ਸ਼ੇਰਾਂ ਦੇ ਘੁਰੇ ਤੋਂ ਬਚਾਉਣ ਦੀ ਸਾਮਰਥ ਰੱਖ ਸਕਦਾ। ਮੇਰੇ ਜੀਸ ਭਾਈ ਭੈਣੋ, ਅਸੀਂ ਬਹੁਤ ਵਾਰ ਮੁਸ਼ਕਲ ਵਿੱਚ ਜਾਂਦੇ ਹਾਂ, ਪਰੇਸ਼ਾਨੀ ਵਿੱਚ ਜਾਂਦੀ, ਬਿਮਾਰੀ ਵਿੱਚ ਜਾਂਦੇ ਹਾਂ। ਮੇਰੇ ਜੀਸ ਭਾਈ ਭੈਣੋ, ਸਾਡੀਆਂ ਬਿਮਾਰੀਆਂ ਸ਼ੇਰਾਂ ਨਾਲੋਂ ਵੱਡੀਆਂ ਨਹੀਂ ਆ। ਸਾਡੀਆਂ ਬਿਮਾਰੀਆਂ, ਸਾਡੇ ਦੁੱਖ, ਸਾਡੀਆਂ ਮੁਸੀਬਤਾਂ ਸਾਡੇ ਲਈ ਕੁਛ ਵੀ ਨਹੀਂ ਆ ਮੇਰੇ ਜੀਸ ਭਾਈ ਭੈਣੋ, ਕਿਉਂਕਿ ਸਾਡੇ ਅੰਦਰ ਪਰਮੇਸ਼ਰ ਵਾਸ ਕਰਦਾ, ਉਹ ਸ਼ੇਰਾਂ ਦੇ ਮੂੰਹਾਂ ਨੂੰ ਵੀ ਬੰਦ ਕਰਨ ਦੀ ਸਾਮਰਥ ਰੱਖਦਾ ਆ। ਤਾਂ ਮੇਰੇ ਜੀਸ ਭਾਈ ਭੈਣੋ, ਜਦੋਂ ਅਸੀਂ ਅੱਗੇ ਪੜ੍ਹਦੇ ਹਾਂ ਜੀ 20 ਅੱਧ ਵਿੱਚ 6 ਦੀ 20 ਵਿੱਚ ਲਿਖਿਆ, ਤੇ ਜਦੋਂ ਉਹ ਘੁਰੇ ਮੁੱਢ ਦਾਨੀਆਂ ਕੋਲ ਜਾ ਪੁੱਜਾ ਤਾਂ ਚਿੰਤਾ ਦੀ ਆਵਾਜ਼ ਨਾਲ ਪੁਕਾਰਿਆ। ਰਾਜੇ ਨੇ ਦੈਨੀਅਲ ਨੂੰ ਆਖਿਆ, ਹੇ ਦੈਨੀਅਲ, ਜਿਉਂਦੇ ਪਰਮੇਸ਼ਵਰ ਦੇ ਪਾਸ ਕੀ ਤੇਰਾ ਪਰਮੇਸ਼ਵਰ ਜਿਹਦੀ ਉਪਾਸਨਾ ਤੂੰ ਸਦਾ ਕਰਦਾ ਤੈਨੂੰ ਸ਼ੇਰਾਂ ਦੇ ਛਡਾਉਣ ਯੋਗ ਹੋਇਆ। ਮੇਰੇ ਜੀਸ ਭਾਈ ਭੈਣੋ, ਤਦ ਦੈਨੀਅਲ ਨੇ ਰਾਜੇ ਨੂੰ ਆਖਿਆ, ਹੇ ਰਾਜਨ, ਜੁਗੋ ਜੁਗ ਜੀ ਮੇਰੇ ਪਰਮੇਸ਼ਵਰ ਨੇ ਆਪਣੇ ਦੂਤ ਨੂੰ ਭੇਜਿਆ ਤੇ ਸ਼ੇਰਾਂ ਦੇ ਮੂੰਹ ਨੂੰ ਬੰਦ ਰੱਖਿਆ। ਇੱਥੋਂ ਤੱਕ ਉਹਨਾਂ ਨੇ ਮੈਨੂੰ ਰੱਤੀ ਭਰ ਵੀ ਦੁੱਖ ਨਹੀਂ ਦਿੱਤਾ। ਇਸੇ ਕਰਕੇ ਜੋ ਉਸ ਨੇ ਸਨਮੁਖ ਮੇਰੇ ਵਿੱਚ ਬੇਦੋਸ਼ੀ ਪਾਈ ਗਈ ਅਤੇ ਤੇਰੇ ਅੱਗੇ ਵੀ, ਹੇ ਰਾਜਨ, ਮੈਂ ਦੋਸ਼ ਨਹੀਂ ਕੀਤਾ। ਮੇਰੇ ਜੀਸ ਭਾਈ ਭੈਣੋ, ਡੈਨੀਅਲ ਦੇ ਅੰਦਰ ਕੋਈ ਵੀ ਦੋਸ਼ ਨਹੀਂ ਸੀਗਾ, ਸਿਰਫ ਇੱਕ ਹੀ ਕੰਮ ਕਰਦਾ ਸੀ, ਉਹ ਪਰਮੇਸ਼ਰ ਦਾ ਉਪਾਸਕ ਸੀਗਾ। ਤਾਂ ਕੀ ਹੋਇਆ, ਰਾਜਾ ਨੂੰ ਬਹੁਤ ਖੁਸ਼ੀ ਹੋਈ। ਉਸਨੇ ਕੀ ਕੀਤਾ, ਜਿਨ੍ਹਾਂ ਨੇ ਇਹ ਰਾਜੇ ਤੋਂ ਸਹੀ ਪਵਾਈ ਸੀ, ਜਿਹੜੇ ਲੋਕਾਂ ਨੇ ਇਹ ਕੋਸ਼ਿਸ਼ ਕੀਤੀ ਸੀ ਕਿ ਡੈਨੀਅਲ ਨੂੰ ਸ਼ੇਰਾਂ ਦੇ ਘੁਰੇ ਵਿੱਚ ਸਿੱਟਿਆ ਜਾਵੇ, ਜਿਸ ਵਕਤ ਰਾਜੇ ਨੇ ਹੁਕਮ ਕੀਤਾ, ਉਹਨਾਂ ਲੋਕਾਂ ਨੂੰ ਘੁਰੇ ਵਿੱਚ ਸਿੱਟਿਆ ਗਿਆ। ਮੇਰੇ ਜੀਸ ਭਾਈ ਭੈਣੋ, ਉਹ ਭੁੱਖੇ ਸ਼ੇਰ ਉਹਨਾਂ ਨੂੰ ਹੜੱਪ ਕਰ ਗਏ, ਉਹਨਾਂ ਦੀਆਂ ਹੱਡੀਆਂ ਨੂੰ ਤੋੜ ਦਿੱਤਾ ਔਰ ਉਹਨਾਂ ਨੂੰ ਖਾ ਗਏ। ਮੇਰੇ ਜੀਸ ਭਾਈ ਭੈਣੋ, ਕੀ ਹੋਇਆ ਕਿ ਡੈਨੀਅਲ ਦਾ ਕੁਛ ਵੀ ਵਿਗੜਿਆ ਨਹੀਂ ਆ। ਸਾਡਾ ਪਰਮੇਸ਼ਵਰ ਸ਼ੇਰਾਂ ਦੇ ਮੂੰਹ ਨੂੰ ਬੰਦ ਕਰ ਦੇਣ ਵਾਲਾ ਪਰਮੇਸ਼ਵਰ ਆ। ਮੇਰੇ ਜੀਸ ਭਾਈ ਭੈਣੋ, ਚਾਹੇ ਭੁੱਖੇ ਸ਼ੇਰ ਤੁਹਾਡੀ ਜ਼ਿੰਦਗੀ ਵਿੱਚ ਮੋੜੇ, ਤੁਹਾਡਾ ਸ਼ੈਤਾਨ ਜੋ ਆ ਵਚਨ ਦੇ ਵਿੱਚ ਲਿਖਿਆ, ਕਹਿੰਦਾ ਬੁੱਕ ਦੇ ਸ਼ੀ ਵਾਂਗੂ ਪਾਲਦਾ ਫਿਰਦਾ, ਕਿਹਨੂੰ ਫਾੜ ਖਾਵੇ। ਅਗਰ ਸਾਡੇ ਅੰਦਰ ਪਰਮੇਸ਼ਵਰ ਦੀ ਸਾਮਰਥ ਆ, ਅਗਰ ਪਰਮੇਸ਼ਵਰ ਸਾਡੇ ਨਾਲ ਆ, ਤੇ ਮੇਰੇ ਜੀਸ ਭਾਈ ਭੈਣੋ, ਸਾਡਾ ਪਰਮੇਸ਼ਵਰ ਉਸ ਸ਼ੈਤਾਨ ਦੀ ਸ਼ਕਤੀ ਨੂੰ ਬੰਦ ਕਰਨ ਦੀ ਸਾਮਰਥ ਰੱਖਦਾ, ਕਿਉਂਕਿ ਪਰਮੇਸ਼ਵਰ ਦੇ ਵਚਨ ਵਿੱਚ ਲਿਖਿਆ, ਤੁਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਅਧੀਨ ਕਰੋ, ਆਪਣੇ ਆਪ ਨੂੰ ਉਹਦੇ ਅੱਤ ਕਰ ਦੋ। ਮੇਰੇ ਜੀਸ ਭਾਈ ਭੈਣੋ, ਉਹ ਪਰਮੇਸ਼ਵਰ ਸਾਡੀ ਮਦਦ ਕਰਨ ਵਾਲਾ ਪਰਮੇਸ਼ਰ ਆ, ਉਹ ਪਰਮੇਸ਼ਵਰ ਸਾਨੂੰ ਬਚਾਉਣ ਵਾਲਾ ਪਰਮੇਸ਼ਰ ਆ। ਮੇਰੇ ਜੀਸ ਭਾਈ ਭੈਣੋ, ਅਸੀਂ ਆਪਣੀ ਜ਼ਿੰਦਗੀ ਵਿੱਚ ਕੀ ਕਰਨਾ, ਡੈਨੀਅਲ ਦੀ ਤਰ੍ਹਾਂ ਸਿੱਖਣਾ ਆ ਕਿ ਡੈਨੀਅਲ ਨੂੰ ਜਦੋਂ ਵੀ ਮੁਸ਼ਕਲ ਆਈ, ਜਦੋਂ ਵੀ ਪਰੇਸ਼ਾਨੀ ਆਈ, ਡੈਨੀਅਲ ਨੇ ਕੀ ਕੀਤਾ, ਉਹ ਪਰਮੇਸ਼ਵਰ ਦੇ ਕਦਮਾਂ ਵਿੱਚ ਚਲੇ ਗਿਆ। ਉਹਨੇ ਪਰਮੇਸ਼ਵਰ ਦੇ ਕੋਲੋਂ ਸਹਾਇਤਾ ਮੰਗੀ। ਅਸੀਂ ਕਿਹਦੇ ਕੋਲ ਸਹਾਇਤਾ ਮੰਗਦੇ ਹਾਂ? ਅਸੀਂ ਆਪਣੇ ਦੋਸਤਾਂ ਤੋਂ ਮੰਗਦੇ ਹਾਂ, ਸਭ ਤੋਂ ਪਹਿਲਾਂ ਕਿਸੇ ਇਨਸਾਨ ਤੋਂ ਮੰਗਦੇ ਹਾਂ। ਮੇਰੇ ਜੀਸ ਭਾਈ ਭੈਣੋ, ਇੱਕ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਓ ਕਿ ਜਿਸ ਤਰ੍ਹਾਂ ਡੈਨੀਅਲ ਕਰਦਾ ਸੀਗਾ, ਅਸੀਂ ਵੀ ਉਸੇ ਤਰ੍ਹਾਂ ਕੀ ਕਰਨਾ, ਸਭ ਤੋਂ ਪਹਿਲਾਂ ਆਪਣੇ ਪਰਮੇਸ਼ਵਰ ਦੇ ਕੋਲ ਜਾਣਾ ਆ। ਅਗਰ ਮੇਰੇ ਜੀਸ ਭਾਈ ਭੈਣੋ, ਤੁਹਾਡੇ ਦੋਸਤ ਅੱਛੇ ਆ, ਉਹਨਾਂ ਨੂੰ ਤੁਸੀਂ ਦੱਸ ਸਕਦੇ ਹੋ, ਉਹਨਾਂ ਦੇ ਨਾਲ ਮਿਲ ਕੇ ਅਸੀਂ ਪ੍ਰਾਰਥਨਾ ਕਰ ਸਕਦੇ ਹਾਂ, ਲੇਕਿਨ ਅਸੀਂ ਪਰਮੇਸ਼ਵਰ ਤੋਂ ਆਸ ਰੱਖਣੀ ਆ। ਮੇਰੇ ਜੀਸ ਭਾਈ ਭੈਣੋ, ਪਰਮੇਸ਼ਵਰ ਤੋਂ ਬਿਨਾਂ ਸਾਨੂੰ ਕੋਈ ਵੀ ਛਡਾਉਣ ਦੀ ਸਾਮਰਥ ਨਹੀਂ ਰੱਖ ਸਕਦਾ। ਤੇ ਮੇਰੇ ਜੀਸ ਭਾਈ ਭੈਣੋ, ਅੱਗੇ ਅਸੀਂ ਜਦੋਂ ਪੜ੍ਹਦੇ ਹਾਂ ਤਾਂ ਪਰਮੇਸ਼ਵਰ ਦੇ ਵਚਨ ਵਿੱਚ ਅਸੀਂ ਵੇਖਦੇ ਹਾਂ, ਮੇਰੇ ਜੀਸ ਭਾਈ ਭੈਣੋ, ਜਿਹੜਾ ਡੈਨੀਅਲ ਸੀਗਾ, ਅਸੀਂ 10 ਦੀ 2 ਐਤ ਪੜ੍ਹਦੇ ਹਾਂ, ਕਹਿੰਦਾ, ਮੈਂ ਦਾਨੀਅਲ ਉਹਨਾਂ ਦਿਨਾਂ ਵਿੱਚ 3 ਸਾਤਿਆਂ ਤੋੜੀ ਸੋ ਕਰਦਾ ਰਿਹਾ। ਮੇਰੇ ਜੀਸ ਭਾਈ ਭੈਣੋ, ਡੈਨੀਅਲ ਜਿਹੜਾ ਸੀਗਾ, ਵਰਤ ਰੱਖਣ ਵਾਲਾ ਇਨਸਾਨ ਸੀਗਾ। ਜਦੋਂ ਡੈਨੀਅਲ ਨੇ 21 ਦਿਨ ਦੀ ਫਾਸਟਿੰਗ ਪ੍ਰੇਅਰ ਕੀਤੀ ਤਾਂ ਮੇਰੇ ਜੀਸ ਭਾਈ ਭੈਣੋ, ਕੀ ਹੋਇਆ, ਜਦੋਂ ਅਸੀਂ 10 ਦੀ 11 ਪੜ੍ਹਦੇ ਹਾਂ ਤੇ ਕੀ ਲਿਖਿਆ ਹੋਇਆ, ਕਹਿੰਦਾ, ਉਸ ਮੈਨੂੰ ਆਖਿਆ, ਹੇ ਦੈਨੀਅਲ, ਅਤ ਪਿਆਰੇ ਮਨੁੱਖ, ਜੋ ਮੈਂ ਤੈਨੂੰ ਆਖਦਾ ਹਾਂ ਉਹਨਾਂ ਗੱਲਾਂ ਨੂੰ ਸਮਝ ਲੈ ਅਤੇ ਸਿੱਧਾ ਖਲੋ ਜਾ। ਮੇਰੀ ਜੀਸ ਭਾਈ ਭੈਣੋ, ਉਸਨੇ 10 ਦੀ 11 ਵਿੱਚ ਉਸਨੂੰ ਅਤ ਪ੍ਰਿਯ ਇਨਸਾਨ ਕਿਹਾ। ਅਸੀਂ ਜਦੋਂ 10 ਦੀ 19 ਪੜ੍ਹਦੇ ਹਾਂ ਤੇ ਉੱਥੇ ਵੀ ਲਿਖਿਆ, ਅਤੇ ਉਹ ਬੋਲਿਆ, ਹੇ ਅਤ ਪਿਆਰੇ ਮਨੁੱਖ, ਨਾ ਡਰ, ਤੈਨੂੰ ਸੁੱਖ ਸਾਂਦ ਹੋਵੇ, ਜ਼ੋਰ ਫੜ, ਹਾਂ ਬਲਵਾਨ ਹੋ। ਮੇਰੇ ਜੀਸ ਭਾਈ ਭੈਣੋ, ਪਰਮੇਸ਼ਵਰ ਦਾ ਅਤ ਪ੍ਰਿਯ ਇਨਸਾਨ ਬਣ ਗਿਆ। ਡੈਨੀਅਲ ਪਰਮੇਸ਼ਵਰ ਦੇ ਕਦਮਾਂ ਵਿੱਚ ਰਹਿਣ ਵਾਲਾ ਇਨਸਾਨ ਸੀ। ਡੈਨੀਅਲ ਪਰਮੇਸ਼ਵਰ ਦਾ ਡਰ ਤੇ ਪੈਰ ਰੱਖਣ ਵਾਲਾ ਇਨਸਾਨ ਸੀਗਾ। ਪਰਮੇਸ਼ਵਰ ਦਾ ਅਤ ਪ੍ਰਿਯ ਬਣ ਗਿਆ। ਅਸੀਂ ਵੀ ਸੋਚਦੇ ਹਾਂ ਕਿ ਅਸੀਂ ਕਿੱਦਾਂ ਪਰਮੇਸ਼ਵਰ ਦੇ ਪ੍ਰਿਯ ਬਣ ਸਕਦੇ ਹਾਂ। ਜਦੋਂ ਅਸੀਂ ਕਿਸੇ ਨੂੰ ਵੇਖਦੇ ਹਾਂ, ਕੋਈ ਸਾਨੂੰ ਆਪਣੀ ਟੈਸਟਮਨੀ ਦਿੰਦਾ ਕਿ ਮੈਨੂੰ ਪਰਮੇਸ਼ਵਰ ਨੇ ਮੇਰੇ ਨਾਲ ਗੱਲ ਕੀਤੀ ਆ, ਪਰਮੇਸ਼ਵਰ ਨੇ ਮੈਨੂੰ ਛੂਹਿਆ ਆ, ਪਰਮੇਸ਼ਵਰ ਨੇ ਮੇਰੇ ਨਾਲ ਮੈਨੂੰ ਆਵਾਜ਼ ਮਾਰੀ ਆ, ਤਾਂ ਅਸੀਂ ਦੇਖਦੇ ਹਾਂ
ਇਹ ਕਿੱਦਾਂ ਹੋ ਸਕਦਾ। ਮੇਰੇ ਚੀਜ਼ ਭਾਈ ਭੈਣੋ, ਅਸੀਂ ਵੀ ਅੰਦਰ ਆਪਣੇ ਲਾਲਸਾ ਰੱਖਦੇ ਹਾਂ, ਅਸੀਂ ਵੀ ਪਰਮੇਸ਼ਵਰ ਦੇ ਅੱਤ ਪ੍ਰਿਯ ਬਣ ਜਾਈਏ, ਲੇਕਿਨ ਅੱਤ ਪ੍ਰਿਯ ਕਿੱਦਾਂ ਬਣ ਸਕਦੇ ਆ ਮੇਰੇ ਚੀਜ਼ ਭਾਈ ਭੈਣੋ? ਉਹਦੇ ਅੱਤ ਪ੍ਰਿਯ ਬਣਨ ਦੇ ਲਈ ਸਾਡੇ ਅੰਦਰ ਪਰਮੇਸ਼ਵਰ ਦਾ ਡਰ ਹੋਣਾ ਚਾਹੀਦਾ ਆ। ਅਸੀਂ ਉਹਦੇ ਡਰ ਤੇ ਭੈ ਵਿੱਚ ਜ਼ਿੰਦਗੀ ਗੁਜ਼ਾਰਦੇ ਹਾਂ ਮੇਰੇ ਚੀਜ਼ ਭਾਈ ਭੈਣੋ, ਕਿ ਅਸੀਂ ਹਰ ਟਾਈਮ ਡਰਦੇ ਤੇ ਕੰਬਦੇ ਰਹਿਣਾ ਆ, ਆਪਣੇ ਮੂੰਹ ਨੂੰ ਬੰਦ ਰੱਖਣਾ ਮੇਰੇ ਚੀਜ਼ ਭਾਈ ਭੈਣੋ। ਉਹਦੇ ਵਚਨ ਵਿੱਚ ਲਿਖਿਆ, ਕਹਿੰਦਾ ਆਪਣੀ ਮੂੰਹ ਨੂੰ ਕਹਿੰਦਾ ਬੁਰਾਈ ਤੋਂ ਰੋਕ ਕੇ ਰੱਖਾਂ। ਅਸੀਂ ਬੁਰਾਈ ਨਹੀਂ ਕਰਨੀ, ਅਸੀਂ ਭਲਾਈ ਕਰਨੀ ਆ ਮੇਰੇ ਚੀਜ਼ ਭਾਈ ਭੈਣੋ। ਬੁਰਾਈ ਤੋਂ ਅਸੀਂ ਬਚਣਾ ਆ, ਤੇ ਅਸੀਂ ਅਗਰ ਸਾਡੇ ਕੋਲ ਕੋਈ ਗਲਤੀ ਹੋ ਜਾਂਦੀ ਹੈ ਤਾਂ ਆਪਣੀ ਗਲਤੀ ਦੀ क्षमा ਆਪਣੇ ਪਰਮੇਸ਼ਵਰ ਕੋਲੋਂ ਮੰਗਣੀ ਆ, ਔਰ ਉਸ ਤੋਂ ਬਾਅਦ ਮੇਰੇ ਚੀਜ਼ ਭਾਈ ਭੈਣੋ ਆਪਣਾ ਰਿਸ਼ਤਾ ਆਪਣੇ ਪਰਮੇਸ਼ਵਰ ਦੇ ਨਾਲ ਕਾਇਮ ਕਰਨਾ। ਜਦੋਂ ਮੇਰੇ ਚੀਜ਼ ਭਾਈ ਭੈਣੋ ਅਸੀਂ ਪਾਪ ਕਰਦੇ ਹਾਂ ਤੇ ਕੀ ਹੁੰਦਾ ਹੈ ਕਿ ਸਾਡਾ ਤੇ ਪਰਮੇਸ਼ਵਰ ਦਾ ਰਿਸ਼ਤਾ ਟੁੱਟ ਜਾਂਦਾ ਆ। ਲੇਕਿਨ ਮੇਰੇ ਚੀਜ਼ ਭਾਈ ਭੈਣੋ, ਪਰਮੇਸ਼ਵਰ ਜਿਹੜਾ ਪਾਪ ਨੂੰ ਨਫ਼ਰਤ ਕਰਦਾ ਆ। ਲੇਕਿਨ ਜਦੋਂ ਅਸੀਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਪਣੇ ਪਾਪਾਂ ਦਾ ਇਕਰਾਰ ਕਰ ਲੈਂਦੇ ਆ, ਉਹ ਤੋਂ ਮਾਫੀ ਮੰਗ ਲੈਂਦੇ ਆ, ਤੇ ਪਰਮੇਸ਼ਵਰ ਸਾਡੇ ਪਾਪਾਂ ਨੂੰ क्षमा ਕਰ ਦਿੰਦਾ ਔਰ ਸਾਨੂੰ ਆਪਣੇ ਨਾਲ ਮਿਲਾ ਲੈਂਦਾ ਮੇਰੇ ਚੀਜ਼ ਭਾਈ ਭੈਣੋ। ਅਸੀਂ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਦੇ ਰਹਿਣਾ, ਉਹਦੇ ਵਚਨ ਦੇ ਵਿੱਚ ਬਣੇ ਰਹਿਣਾ, ਅਸੀਂ ਉਹਦੇ ਅੱਤ ਪ੍ਰਿਯ ਲੋਕ ਬਣਨਾ ਆ। ਤੇ ਇਹਦੀ ਲਾਸਟ ਐਤ ਵਿੱਚ ਅਸੀਂ ਪੜ੍ਹਦੇ ਹਾਂ, ਲਿਖਿਆ ਇਹਦੀ ਡੈਨੀਅਲ 12:13 ਵਿੱਚ ਲਿਖਿਆ, ਪਰ ਤੂੰ ਕਹਿੰਦਾ ਆਪਣੇ ਰਾਹ ਤੁਰਿਆ ਜਾ, ਜਦੋਂ ਤੀਕਰ ਓੜਕ ਦਾ ਵੇਲਾ ਨਾ ਆਵੇ, ਕਿਉਂ ਜੋ ਤੂੰ ਸੁੱਖ ਪਾਵੇਂਗਾ ਅਤੇ ਵੰਡ ਉੱਤੇ ਓੜਕ ਦੇ ਦਿਨਾਂ ਵਿੱਚ ਉੱਠ ਖਲੋਵੇਂਗਾ। ਮੇਰੇ ਜੀਸ ਭਾਈ ਭੈਣੋ, ਪਰਮੇਸ਼ਰ ਦੇ ਵਚਨ ਵਿੱਚ ਲਿਖਿਆ, ਕਹਿੰਦਾ ਤੂੰ ਕੀ ਕਰ, ਖੜਾ ਰਹਿ। ਪਰਮੇਸ਼ਰ ਦਾ ਵਚਨ ਸਾਨੂੰ ਕੀ ਸਿਖਾਉਂਦਾ? ਕਹਿੰਦਾ ਕਿ ਤੂੰ ਆਪਣੇ ਰਾਹ ਤੁਰਿਆ ਜਾ, ਜਦੋਂ ਤੀਕਰ ਓੜਕ ਦਾ ਵੇਲਾ ਨਾ ਆਵੇ, ਕਿਉਂ ਜੋ ਤੂੰ ਸੁੱਖ ਪਾਵੇਂਗਾ। ਮੇਰੀ ਜੀਸ ਭਾਈ ਭੈਣੋ, ਅਸੀਂ ਪਹਿਲਾਂ ਅਸੀਂ ਕਹੋ ਤਾਂ 1:33 ਵਿੱਚ ਅਸੀਂ ਇਹੀ ਪੜ੍ਹਿਆ ਆ, ਕੀ ਲਿਖਿਆ ਉੱਤੇ? ਕਹਿੰਦਾ ਜੋ ਮੇਰੀ ਸੁਣਦਾ ਸੁੱਖ ਨਾ ਵਸੇਗਾ। ਮੇਰੀ ਚੀਜ਼ ਭਾਈ ਭੈਣੋ, ਅਸੀਂ ਸੁੱਖ ਨਾਲ ਬਸਣਾ ਆ, ਅਸੀਂ ਸੁੱਖ ਪ੍ਰਾਪਤ ਕਰਨਾ। ਅਸੀਂ ਦੇਖ ਸਕਦੇ ਹਾਂ ਕਿ ਡੈਨੀਅਲ ਜਦੋਂ ਪਰਮੇਸ਼ਰ ਵਿੱਚ ਚੱਲਦਾ ਗਿਆ ਤੇ ਸਾਡੇ ਦਿਮਾਗ ਵਿੱਚ ਇੱਕ ਸੋਚ ਆ ਸਕਦੀ ਹੈ ਕਿ ਡੈਨੀਅਲ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਲੇਕਿਨ ਮੇਰੇ ਚੀਜ਼ ਭਾਈ ਭੈਣੋ, ਪਰਮੇਸ਼ਰ ਦੇ ਵਚਨ ਨੂੰ ਫਲਾਉਣ ਤੋਂ ਬਿਨਾਂ ਉਹਨੇ ਹੋਰ ਕਿਸੇ ਵੀ ਗਲਤੀ ਵਿੱਚ ਉਹ ਦੋਸ਼ੀ ਨਹੀਂ ਪਾਇਆ ਗਿਆ। ਉਹਦੇ ਅੰਦਰ ਕੋਈ ਵੀ ਦੋਸ਼ ਨਹੀਂ ਸੀਗਾ, ਲੇਕਿਨ ਉਹਦੇ ਉੱਤੇ ਜੇ ਮੁਸ਼ਕਿਲ ਆਈ ਤਾਂ ਮੇਰੇ ਚੀਜ਼ ਭਾਈ ਭੈਣੋ, ਪਰਮੇਸ਼ਰ ਨੇ ਉਸ ਨੂੰ ਸ਼ੇਰਾਂ ਦੇ ਮੂੰਹ ਤੋਂ ਬਚਾ ਲਿਆ। ਇੱਕ ਬਹੁਤ ਵੱਡਾ ਪਰਮੇਸ਼ਰ ਨੇ ਉੱਤੇ ਚਮਤਕਾਰ ਕੀਤਾ ਆ, ਔਰ ਰਾਜੇ ਦੇ ਉੱਤੇ ਪਰਮੇਸ਼ਰ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਆ। ਉਹਨਾਂ ਲੋਕਾਂ ਦੇ ਉੱਤੇ ਪਰਮੇਸ਼ਰ ਦਾ ਡਰ ਪੈ ਗਿਆ, ਉਹਨਾਂ ਨੂੰ ਪਤਾ ਲੱਗ ਗਿਆ ਕਿ ਇਸਰਾਈਲੀਆਂ ਦਾ ਪਰਮੇਸ਼ਰ ਕਿਹੋ ਜਿਹਾ ਪਰਮੇਸ਼ਰ ਆ। ਮੇਰੇ ਚੀਜ਼ ਭਾਈ ਭੈਣੋ, ਜਦੋਂ ਅਸੀਂ ਡੈਨੀਅਲ ਦੀ ਪੂਰੀ ਅਸੀਂ ਜ਼ਿੰਦਗੀ ਨੂੰ ਵੇਖਦੇ ਹਾਂ ਤੇ ਮੇਰੇ ਚੀਜ਼ ਭਾਈ ਭੈਣੋ, ਉਹਦੀ ਜ਼ਿੰਦਗੀ ਅਸੀਂ ਵੇਖਦੇ ਹਾਂ ਕਿ ਉਹ ਇੱਕ ਖੁਸ਼ਹਾਲ ਵਿਅਕਤੀ ਸੀਗਾ। ਉਹ ਇੱਕ ਪ੍ਰਭਾਵਸ਼ਾਲੀ ਵਿਅਕਤੀ ਸੀਗਾ। ਉਹਦਾ ਪ੍ਰਭਾਵ ਲੋਕਾਂ ਦੇ ਉੱਤੇ ਸੀਗਾ। ਮੇਰੇ ਜੀਸ ਭਾਈ ਭੈਣੋ, ਪਰਮੇਸ਼ਵਰ ਨੇ ਉਹਨੂੰ ਮਹਾਨ ਵਿਅਕਤੀ ਬਣਾ ਦਿੱਤਾ ਸੀਗਾ। ਮੇਰੇ ਜੀਸ ਭਾਈ ਭੈਣੋ, ਉਹ ਡੈਨੀਅਲ ਜੋ ਸੀਗਾ, ਉਹ ਪ੍ਰਾਰਥਨਾ ਕਰਨ ਵਾਲਾ ਇਨਸਾਨ ਸੀਗਾ। ਡੈਨੀਅਲ ਜੋ ਸੀਗਾ, ਮਿਲ ਕੇ ਚੱਲਣ ਵਾਲਾ ਇਨਸਾਨ ਸੀਗਾ। ਤਾਂ ਮੇਰੇ ਜੀਸ ਭਾਈ ਭੈਣੋ, ਉਹ ਪਰਮੇਸ਼ਵਰ ਦਾ ਅਤ ਪ੍ਰਿਯ ਇਨਸਾਨ ਸੀਗਾ। ਉਹ ਮੌਤ ਤੋਂ ਵੀ ਡਰਨ ਵਾਲਾ ਇਨਸਾਨ ਨਹੀਂ ਸੀਗਾ। ਉਹਨੂੰ ਪਤਾ ਸੀਗਾ ਕਿ ਮੈਂ ਸ਼ੇਰਾਂ ਦੇ ਘੂਰੇ ਵਿੱਚ ਸਿੱਟੇ ਜਾਊਂਗਾ, ਫਿਰ ਵੀ ਉਸਨੇ ਪਰਮੇਸ਼ਰ ਦੀ ਉਪਸਥਿਤੀ ਵਿੱਚ ਜਾਣਾ ਪਸੰਦ ਕੀਤਾ। ਮੇਰੇ ਜੀਸ ਭਾਈ ਭੈਣੋ, ਕਈ ਵਾਰ ਅਸੀਂ ਉਹਨਾਂ ਲੋਕਾਂ ਤੋਂ ਡਰ ਜਾਂਦੇ ਹਾਂ, ਅਸੀਂ ਸੋਚਦੇ ਹਾਂ ਹੁਣ ਸਾਨੂੰ ਖਤਮ ਕਰ ਦੇਣਗੇ। ਵਚਨ ਵਿੱਚ ਲਿਖਿਆ ਕਹਿੰਦਾ, ਤੁਸੀਂ ਉਹਨਾਂ ਲੋਕਾਂ ਤੋਂ ਨਾ ਡਰੋ ਜਿਹੜੇ ਸਰੀਰ ਨੂੰ ਖਤਮ ਕਰ ਸਕਦੇ ਆ, ਉਸ ਤੋਂ ਡਰੋ ਜਿਹੜਾ ਆਤਮਾ ਤੇ ਸਰੀਰ ਦੋਨਾਂ ਨੂੰ ਖਤਮ ਕਰ ਸਕਦਾ ਹੈ। ਮੇਰੀ ਚੀਜ਼ ਭਾਈ ਭੈਣੋ, ਜਦੋਂ ਤੁਹਾਡਾ ਆਤਮਾ ਨੂੰ ਬਚਾਉਣ ਲਈ ਯਿਸੂ ਮਸੀਹ ਇਸ ਧਰਤੀ ਤੇ ਆਏ ਆ, ਇਸੇ ਕਰਕੇ ਮੇਰੇ ਜੀਸ ਭਾਈ ਭੈਣੋ, ਜਦੋਂ ਅਸੀਂ ਤੋਬਾ ਕਰਦੇ ਹਾਂ, ਪਾਪਾਂ ਦਾ ਇਕਰਾਰ ਕਰ ਲੈਂਦੇ ਆ, ਤੋਬਾ ਕਰਕੇ ਬਪਤਿਸਮਾ ਲੈ ਲੈਂਦੇ ਆ, ਤੇ ਪਰਮੇਸ਼ਵਰ ਦੇ ਵਚਨ ਵਿੱਚ ਲਿਖਿਆ ਆ ਕਿ ਪਰਮੇਸ਼ਵਰ ਦਾ ਸਾਡੇ ਨਾਲ ਮਿਲਾਪ ਹੋ ਜਾਂਦਾ, ਔਰ ਯਿਸੂ ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਛੁਡਾਉਂਦਾ ਆ। ਔਰ ਮੇਰੇ ਜੀਸ ਭਾਈ ਭੈਣੋ, ਯਿਸੂ ਮਸੀਹ ਸਾਡਾ ਮੁਕਤੀਦਾਤਾ ਬਣ ਜਾਂਦਾ, ਔਰ ਯਿਸੂ ਮਸੀਹ ਨੇ ਸਾਡੇ ਨਾਲ ਵਾਅਦਾ ਕੀਤਾ, ਜਿੱਥੇ ਮੈਂ ਰਹਾਂਗਾ ਉੱਥੇ ਤੁਸੀਂ ਵੀ ਰਹੋਗੇ। ਮੇਰੇ ਜੀਸ ਭਾਈ ਭੈਣੋ, ਸਾਨੂੰ ਇਸ ਧਰਤੀ ਤੇ ਵੀ ਪਰਮੇਸ਼ਵਰ ਸੁੱਖ ਦੀ ਜ਼ਿੰਦਗੀ ਦਿੰਦਾ, ਔਰ ਇਸ ਤੋਂ ਬਾਅਦ ਜੋ ਸਾਡੀ ਜ਼ਿੰਦਗੀ ਹੈ, ਜੋ ਅਸਲੀ ਜ਼ਿੰਦਗੀ ਹੈ ਮੇਰੇ ਜੀਸ ਭਾਈ ਭੈਣੋ, ਉਹ ਹਮੇਸ਼ਾ ਦੇ ਲਈ ਸਾਡੀ ਸ਼ਾਂਤੀ ਦੀ ਜ਼ਿੰਦਗੀ ਆ, ਉਹ ਸੁੱਖ ਦੀ ਜ਼ਿੰਦਗੀ ਆ। ਮੇਰੇ ਜੀਸ ਭਾਈ ਭੈਣੋ, ਕਈ ਵਾਰ ਅਸੀਂ ਸੋਚਦੇ ਹਾਂ, ਲੋਕ ਕਹਿੰਦੇ ਕਿ ਕੋਈ ਗੱਲ ਨਹੀਂ, ਐਸ਼ ਆਰਾਮ ਕਰ ਲਓ, ਅੱਗਾ ਕਿਹਨੇ ਦੇਖਿਆ। ਲੇਕਿਨ ਮੇਰੇ ਜੀਸ ਭਾਈ ਭੈਣੋ, ਪਰਮੇਸ਼ਰ ਦਾ ਵਚਨ ਸਾਨੂੰ ਸਿਖਾਉਂਦਾ ਹੈ, ਜਦੋਂ ਅਸੀਂ ਬਾਈਬਲ ਨੂੰ ਪੜ੍ਹਦੇ ਹਾਂ, ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਯਿਸੂ ਮਸੀਹ ਦਾ ਲਹੂ ਸਾਨੂੰ ਪਾਪਾਂ ਤੋਂ ਛੁਡਾਉਂਦਾ ਹੈ, ਤੇ ਯਿਸੂ ਦੇ ਦੁਆਰਾ ਅਸੀਂ
ਮੁਕਤੀ ਨੂੰ ਪ੍ਰਾਪਤ ਕਰਦੇ ਹਾਂ। ਮੁਕਤੀ ਦਾਤਾ ਯਿਸੂ ਮਸੀਹ ਆ। ਤੇ ਮੇਰੇ ਜੀਸ ਭਾਈ ਭੈਣੋ, ਅੱਜ ਅਸੀਂ ਇਹੀ ਸਿੱਖਿਆ ਆ ਕਿ ਜੋ ਅਸੀਂ ਬਲਾ ਤੋਂ ਨਿਰਭੈ ਹੋ ਕੇ ਕਹਿੰਦਾ ਸ਼ਾਂਤੀ ਨਾਲ ਰਹੋਗੇ, ਜੋ ਮੇਰੀ ਸੁਣਦਾ, ਅਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ ਆ, ਪਰਮੇਸ਼ਰ ਦੇ ਵਚਨ ਦੇ ਉੱਤੇ ਆਪਣੇ ਕੰਨਾਂ ਨੂੰ ਲਾਉਣਾ। ਮੇਰੇ ਜੀਸ ਭਾਈ ਭੈਣੋ, ਅਸੀਂ ਆਪਣਾ ਇਕਰਾਰ ਕਰਨਾ ਔਰ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਨੀ ਹੈ। ਆਈਏ ਇਸ ਵਚਨ ਦੇ ਲਈ ਅਸੀਂ ਪ੍ਰਾਰਥਨਾ ਕਰਾਂਗੇ। ਹੋਰੀ ਵਾਲਾ ਵਾਰੀ ਸੰਦਲਾਰਾ ਵਸਾਮਾ ਥਾਰਾ ਨੀ ਥਾਨਾ ਰਲਾ ਬਾ। ਪਵਿੱਤਰ ਆਤਮਾ ਤੇਰਾ ਧੰਨਵਾਦ ਕਰਦੀ ਇਸ ਵਚਨ ਦੇ ਲਈ, ਤੇਰੇ ਸ਼ੁਕਰਗੁਜ਼ਾਰ ਹਾਂ। ਇਸ ਵਚਨ ਨੂੰ ਸੁਣਨ ਵਾਲੇ ਲੋਕਾਂ ਦੇ ਉੱਤੇ ਤੇਰੀ ਦਇਆ, ਤੇਰੀ ਕਿਰਪਾ ਬਣੀ ਰਹੇ ਪ੍ਰਭੂ ਜੀ। ਤੁਸੀਂ ਆਪਣੇ ਲੋਕਾਂ ਨੂੰ ਬਲੈਸ ਕਰਨਾ, ਆਸ਼ੀਸ਼ ਤੇ ਬਰਕਤ ਦੇਣਾ ਪ੍ਰਭੂ ਜੀ। ਇਸ ਮਸੀਹ ਇਹਨਾਂ ਨੂੰ ਗਮਰਾਹ ਕਰਨ ਵਾਲੀ ਸਾਰੀ ਸ਼ੈਤਾਨ ਦੀ ਸ਼ਕਤੀ, ਦੁਸ਼ਟ ਦੀ ਸ਼ਕਤੀ ਨੂੰ ਡਰ ਪੈ ਦੇ, ਗੰਦੇ ਆਤਮੇ ਨੂੰ ਯਿਸੂ ਨਾਲ ਹੁਕਮ ਕਰਦੀ, ਇਹਨਾਂ ਸਰੀਰਾਂ ਨੂੰ ਛੱਡੋ ਔਰ ਨਿਕਲ ਜਾਓ ਪ੍ਰਭੂ ਜੀ। ਡੈਨੀਅਲ ਦੀ ਤਰ੍ਹਾਂ ਇਹਨਾਂ ਦੇ ਅੰਦਰ ਇੱਕ ਪ੍ਰਭੂ ਜੀ ਸੰਭਾਲ ਵਾਲਾ ਆਤਮਾ ਆ ਜਾਏ ਪ੍ਰਭੂ ਜੀ, ਇੱਕ ਸ਼ਕਤੀ ਵਾਲਾ ਆਤਮਾ ਆ ਜਾਏ ਪ੍ਰਭੂ ਜੀ। ਤੇਰੇ ਲੋਕ ਪ੍ਰਭੂ ਜੀ ਮਸੀਹ ਨਿਡਰ ਹੋ ਕੇ ਤੇਰੇ ਕੰਮ ਵਿੱਚ ਅੱਗੇ ਵਧ ਸਕਣ, ਤੇਰੇ ਨਾਮ ਨੂੰ ਉੱਚਾ ਕਰ ਸਕਣ ਔਰ ਧਰਤੀ ਉੱਤੇ ਤੇਰੇ ਨਾਮ ਨੂੰ ਫੈਲਾ ਸਕਣ ਪ੍ਰਭੂ ਜੀ। ਸਮਝਿਆ ਤੂੰ ਸਾਮਰਥੀ ਤੇ ਪ੍ਰਭੂ ਜੀ ਮਹਾਨ ਪਰਮੇਸ਼ਰ ਹੈ ਪ੍ਰਭੂ ਜੀ। ਆਪਣੇ ਬੱਚਿਆਂ ਦੇ ਤੇ ਆਪਣੀ ਕਿਰਪਾ ਵਾਲੇ ਹੱਥ ਨੂੰ ਬਣਾ ਕੇ ਰੱਖਣਾ ਪ੍ਰਭੂ ਜੀ। ਅਸੀਂ ਆਪਣੇ ਆਪ ਤੇ ਪ੍ਰਭੂ ਜੀ ਇਹਨਾਂ ਬੱਚਿਆਂ ਦੇ ਉੱਤੇ ਤੇਰਾ ਪਵਿੱਤਰ ਲਹੂ ਲਗਾਉਣੀ ਪ੍ਰਭੂ ਜੀ। ਇਹਨਾਂ ਨੂੰ ਸੰਭਾਲ ਕੇ ਰੱਖਣਾ, ਅਸੀਂ ਫਿਰ ਮਿਲੀਏ ਤੇਰੇ ਪ੍ਰੇਮ 'ਚ ਮਿਲ ਸਕੀਏ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਪਿਆਰੇ ਸਾਮਰਥੀ ਨਾਮ ਵਿੱਚ ਮੰਗ ਲੈਂਦੇ ਆ, ਆਮੀਨ, ਹਾਲੇਲੂਇਆ। ਮੇਰੇ ਵੱਲੋਂ ਆਪ ਸਭ ਨੂੰ ਜੈ ਮਸੀਹ ਦੀ ਤੇ ਪ੍ਰਭੂ ਤੁਹਾਨੂੰ ਬਰਕਤ ਦੇਵੇ। ਪਰਮੇਸ਼ਰ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ। ਯਿਸੂ ਦੇ ਨਾਮ 'ਚ ਮੰਗ ਲੈਂਦੇ ਆ, ਆਮੀਨ।